ठीक है, छोटी प्रार्थना कर ले। प्यारे पिता परमेश्वर, तेरा शुक्र तेरा धन्यवाद करते प्रभु जी। अज वचन वास्ते सारे प्रभु जी, और जो पिछले वचन देखा है जब लिखना जा रहे प्रभु जी, और जो तेरा खून रहते अंदर करो आशीष तो परमेश्वर तेरा धन्यवाद बेनती है शुक्रवार ਨੂੰ ਅਸੀਂ ਰਾਤ ਨੂੰ ਰੈਲ ਮੰਤਰੀ ਮੀਟਿੰਗ ਸੀ, ਉੱਥੇ ਇੱਕ ਵਚਨ ਦੇਖਿਆ ਸੀਗਾ ਜਿਹੜਾ ਲੂਕਾ ਦੀ ਇੰਜੀਲ ਦੇ ਵਿੱਚੋਂ ਆਪਾਂ 5 ਅਧਿਆਏ ਉਹਦਾ ਪਹਿਲਾ ਵਚਨ ਪੜ੍ਹਿਆ ਸੀਗਾ, ਤੇ ਉਸ ਵਚਨ ਵੀ ਥੋੜਾ ਆਪਾਂ ਦੇਖ ਲੈਂਦੇ ਆ ਕਿ ਕਾਫੀ ਆਈਡੀ ਸੀਗੇ, ਕਾਫੀ ਨਹੀਂ ਸੁਣੇ ਵਚਨ ਉਹ। ਤੇ ਪਹਿਲਾਂ ਆਪਾਂ ਇੱਕ ਵਾਰੀ ਇੱਥੇ ਪ੍ਰਚਾਰ ਕੀਤਾ ਸੀਗਾ, ਕਿੰਨੇ ਨੇ ਸੁਣਿਆ ਸੀਗਾ? ਉਹਨੇ ਪ੍ਰਚਾਰ ਕੀਤਾ ਸੀਗਾ ਇੱਥੇ ਇਹੀ ਜਗ੍ਹਾ ਤੇ, ਲੂਕਾ 5 ਅਧਿਆਏ ਵਾਲਾ। ਨਹੀਂ ਪਤਾ ਕਹਿੰਦੇ ਵੀ ਉਧਰ ਵੀ ਸ਼ਾਇਦ ਕੋਈ ਨਹੀਂ ਸੀਗਾ ਨਾ। ਤੇ ਲੂਕਾ 5 ਅਧਿਆਏ ਦੇ ਵਿੱਚ ਜਿਹੜੀ ਕਹਾਣੀ ਆ ਕਿ ਹੁਣ ਆਪਾਂ ਉਧਰ ਲਿਖਣ ਵਾਲੇ ਲਿਖ ਲਓ, 5 ਦੀ 1 ਤੋਂ ਲੈ ਕੇ ਆਪਾਂ 10 ਵਚਨ ਤੱਕ ਲਿਖ ਲਓ। ਤੇ ਮੈਂ ਥੋੜਾ ਦੱਸਣਾ ਚਾਹੁੰਦਾ ਚੁੱਕਿਆ ਸੀਗਾ ਕਿ ਇਹ ਵਚਨ ਬਹੁਤ ਹੀ ਜ਼ਿਆਦਾ ਸਾਮਰਥੀ ਆ। ਜਦੋਂ ਪ੍ਰਭੂ ਯਿਸੂ ਮਸੀਹ ਵਚਨ ਸੁਣਾ ਰਿਹਾ ਸੀਗਾ, ਇੱਕ ਝੀਲ ਦੇ ਕਿਨਾਰੇ ਸੀਗਾ, ਤੇ ਲੋਕ ਵਚਨ ਤਾਂ ਸੁਣ ਨਹੀਂ ਰਹੇ ਸੀਗੇ, ਪਰ ਯਿਸੂ ਦੇ ਉੱਪਰ ਉਹ ਗਿਰ ਰਹੇ ਸੀਗੇ। ਜਦੋਂ ਉੱਪਰ ਗਿਰ ਰਹੇ ਸੀਗੇ ਤਾਂ ਪ੍ਰਭੂ ਯਿਸੂ ਮਸੀਹ ਨੇ ਉੱਥੇ 2 ਕਿਸ਼ਤੀਆਂ ਦੇਖੀਆਂ, 9। ਇੱਕ ਪਤਰਸ ਦੀ ਸੀਗੀ, ਉਹਦੇ ਨਾਲ ਸੀ ਕੁਛ ਲੋਕ, ਤੇ ਹੋਰ ਕਿਸੇ ਦੇ ਸੀ। ਜਿਹੜੀ ਪਤਰਸ ਦੀ ਨਾਉ ਸੀ, ਪਤਰਸ ਦੀ ਕਿਸ਼ਤ ਸੀਗੀ, ਉਹਦੇ ਵਿੱਚ ਪ੍ਰਭੂ ਨੇ ਬੈਠ ਕੇ ਉਹਨੂੰ ਕੀ ਕਿਹਾ, ਥੋੜਾ ਜਿਹਾ ਇਹਨੂੰ ਪਾਣੀ ਦੇ ਵਿੱਚ ਲੈ ਲਾ ਤਾਂ ਕਿ ਲੋਕ ਮੈਨੂੰ ਦਬਾ ਨਾ ਸਕਣ। ਉਹਨੇ ਲੈ ਲਿਆ ਪਾਣੀ ਦੇ ਵਿੱਚ, ਤੇ ਜਦੋਂ ਉਹਨੇ ਪਾਣੀ 'ਚ ਲੈ ਲਿਆ ਕਿਸ਼ਤੀ ਨੂੰ, ਤਾਂ ਪ੍ਰਭੂ ਯਿਸੂ ਮਸੀਹ ਬੈਠ ਕੇ ਉਹਨਾਂ ਨੂੰ ਉਪਦੇਸ਼ ਕਰਨ ਲੱਗਿਆ। ਹੁਣ ਉਹ ਲੋਕ ਕਾਹਦੇ ਵਾਸਤੇ ਆਏ ਸੀ ਪ੍ਰਭੂ ਦੇ ਕੋਲ? ਫਟਾਫਟ ਜਵਾਬ ਦੇਣਾ, ਕਾਹਦੇ ਵਾਸਤੇ ਆਏ ਸੀਗੇ? ਚੰਗਾਈ ਪਾਉਣ ਵਾਸਤੇ, ਬਸ। ਹੋਰ ਕੋਈ ਕੰਮ ਨਹੀਂ ਸੀ ਆਉਂਦੇ ਉਸ ਸਮੇਂ ਲੋਕ। ਉਸ ਸਮੇਂ ਲੋਕ ਚੰਗਾਈ ਪਾਣ ਹੀ ਆਉਂਦੇ ਸੀਗੇ। ਪ੍ਰਭੂ ਦਾ ਵਚਨ ਸੁਣਨ ਵਾਸਤੇ ਬਹੁਤ ਘੱਟ ਲੋਕ ਆਉਂਦੇ ਸੀਗੇ। ਉਹਦੇ 'ਚ 4-5 ਪ੍ਰਕਾਰ ਦੇ ਲੋਕ ਆਉਂਦੇ ਹੁੰਦੇ ਸੀਗੇ। ਕੁਝ ਤਾਂ ਖਾਣਾ ਖਾਣ ਵਾਸਤੇ ਆਉਂਦੇ ਸੀਗੇ। ਪ੍ਰਭੂ ਯਿਸੂ ਮਸੀਹ 5 ਰੋਟੀਆਂ ਦੇ ਨਾਲ 5000 ਤੋਂ ਉੱਤੇ ਭੀੜ ਨੂੰ ਰਜਾਤਾ ਸੀਗਾ। ਉੱਥੇ ਲਿਖਿਆ ਵਚਨ ਦੇ ਵਿੱਚ ਕਿ 5000 ਬੰਦੇ ਸੀਗੇ, ਤੇ ਨਾਲ ਇਹ ਵੀ ਲਿਖਿਆ ਵੀ ਔਰਤਾਂ ਤੇ ਬੱਚੇ ਛੱਡ ਦਿੱਤੇ ਗਏ, ਉਹ ਗਿਣੇ ਨਹੀਂ ਗਏ। ਹੈਗੇ ਸੀ, ਗਿਣੇ ਨਹੀਂ ਗਏ। ਇਹਦਾ ਮਤਲਬ ਵੀ ਬਹੁਤ ਜ਼ਿਆਦਾ ਸੀਗੇ, 15000 ਵੀ ਹੋ ਸਕਦੇ ਆ, ਬੱਚੇ ਮਿਲਾ ਕੇ ਸਾਰਾ ਕੁਛ। ਤੇ ਰੋਟੀ ਕਿੰਨੀਆਂ ਸੀਗੀਆਂ? 5। ਤੇ ਉਹਨਾਂ ਨੇ ਇੱਕ ਵੱਡਾ ਚਮਤਕਾਰ ਦੇਖਿਆ ਤੇ ਇੱਕ ਰੋਟੀ ਨਾਲ ਤ੍ਰਿਪਤ ਹੋਏ। ਤਾਂ ਇਸ ਤਰ੍ਹਾਂ ਦੇ ਲੋਕ ਸੀ, ਤੇ ਕੁਝ ਟਿੱਪਣੀ ਕਰਨ ਵਾਲੇ ਸੀਗੇ, ਕੁਝ ਦੇਖਣ ਵਾਲੇ ਸੀਗੇ ਕਿ ਕਿੱਥੋਂ ਇਹ ਗਲਤ ਬੋਲਦਾ ਹੈ। ਕਿਉਂਕਿ ਜਦੋਂ ਪ੍ਰਭੂ ਯਿਸੂ ਮਸੀਹ ਆਇਆ ਨਾ, ਪੂਰੇ ਇਸਰਾਇਲ ਮੁਲਕ ਦੇ ਵਿੱਚ ਮੂਸਾ ਦੀ ਵਿਵਸਥਾ ਚੱਲਦੀ ਸੀਗੀ, ਪੁਰਾਣੀ ਵਿਵਸਥਾ। 2 ਨਿਯਮ ਨਾ ਪੜ੍ਹੇ, ਇੱਕ ਨਵਾਂ ਨਿਯਮ ਤੇ ਇੱਕ ਪੁਰਾਣਾ ਨਿਯਮ। ਜਿਹੜਾ ਪੁਰਾਣਾ ਨਿਯਮ ਸੀ ਉਸ ਸਮੇਂ ਉਹ ਚੱਲ ਰਿਹਾ ਸੀਗਾ, ਵਿਵਸਥਾ ਚੱਲ ਰਹੀ ਸੀ ਮੂਸਾ ਦੀ। ਮੂਸਾ ਦੇ ਇੱਕ ਤਰ੍ਹਾਂ ਦਾ ਕਾਨੂੰਨ ਚੱਲ ਰਿਹਾ ਸੀਗਾ। ਤੇ ਜਿਹੜਾ ਯਿਸੂ ਮਸੀਹ ਜਦੋਂ ਪ੍ਰਚਾਰ ਕਰਦਾ ਸੀਗਾ ਤਾਂ ਉਹ ਕੁਝ ਗੱਲਾਂ ਅਲੱਗ ਦੱਸਦਾ ਸੀ ਵਿਵਸਥਾ ਤੋਂ। ਅਲੱਗ ਕਿਵੇਂ ਦੱਸਦਾ ਸੀਗਾ? ਕਿਉਂਕਿ ਉਹ ਮੂਸਾ ਨਬੀਆਂ ਦੀ ਗੱਲਾਂ ਲਿਖੀਆਂ ਹੋਈਆਂ ਸੀਗੀਆਂ, ਤੇ ਇਹ ਪ੍ਰਭੂ ਸੀਗਾ। ਇਹ ਪ੍ਰਭੂ ਨੇ ਆਪਣੀਆਂ ਗੱਲਾਂ ਦੱਸਣੀ ਸੀ, ਜਿਹੜੀਆਂ ਅਸਲੀ ਗੱਲਾਂ ਸੀਗੀਆਂ। ਤਾਂ ਉਹ ਮੈਚ ਨਹੀਂ ਕਰਦੇ ਸੀਗੇ। ਅੱਜ ਵੀ ਇਦਾਂ ਹੀ ਆ। ਅੱਜ ਵੀ ਆਪਾਂ ਕੋਈ ਕਥਾ ਸੁਣ ਲਈਏ, ਕੋਈ ਗੱਲ ਸੁਣ ਲਈਏ, ਔਰ ਫਿਰ ਆਪਾਂ ਵਚਨ ਦੀ ਗੱਲ ਸੁਣੀਏ, ਤਾਂ ਇਹ ਬਹੁਤ ਅਲੱਗ ਲੱਗਦਾ ਹੈ। ਇਸੇ ਪ੍ਰਕਾਰ ਕੇ ਬਹੁਤ ਸਾਰੇ ਲੋਕ ਜਦੋਂ ਆਉਂਦੇ ਆ ਚਰਚ ਦੇ ਵਿੱਚ, ਜਦੋਂ ਵਚਨ ਸੁਣਦੇ ਆ, ਤਾਂ ਉਹਨਾਂ ਨੂੰ ਵਚਨ ਦਾ ਇੱਕ ਅਲੱਗ ਤਰ੍ਹਾਂ ਦਾ ਲੱਗਦਾ ਹੈ, ਕਿਉਂਕਿ ਉਹਨਾਂ ਨੇ ਕਿਆ ਸੁਣਿਆ ਹੈ? ਕਥਾ ਕਹਾਣੀਆਂ। ਤੇ ਪ੍ਰਭੂ ਦਾ ਜਿਹੜਾ ਵਚਨ ਆ ਇੱਕ ਅਲੱਗ ਆ। ਤੇ ਉਸ ਸਮੇਂ ਵੀ ਏਦਾਂ ਸੀਗਾ, ਤਾਂ ਕਰਕੇ ਉੱਥੇ ਬਹੁਤ ਜ਼ਿਆਦਾ ਲੋਕ ਪ੍ਰਭੂ ਯਿਸੂ ਦੇ ਬਾਰੇ ਦੇ ਵਿੱਚ
ਬਹੁਤ ਸਾਰੀਆਂ ਗੱਲਾਂ ਕਰਦੇ ਹੁੰਦੇ ਸੀਗੇ। ਤਾਂ ਹੁਣ ਉਹ ਜਿਹੜੇ ਚੰਗਾਈ ਲੈਣ ਵਾਸਤੇ ਆਏ ਸੀ, ਭੀੜ ਦੀ ਭੀੜ, ਤਾਂ ਹੁਣ ਉਹ ਚੰਗਾਈ ਲੈਣ ਵਾਸਤੇ ਉਹਨੂੰ ਛੂਹ ਰਹੇ ਸੀਗੇ, ਉਹਦੇ ਉੱਪਰ ਗਿਰ ਰਹੇ ਸੀਗੇ। ਕਿਉਂਕਿ ਮਰਕਤ 3:10 ਦੇ ਵਿੱਚ ਇਹ ਗੱਲ ਲਿਖੀ ਹੋਈ ਆ ਕਿ ਉਹ ਇਸ ਕਰਕੇ ਗਿਰਦੇ ਸੀਗੇ ਕਿ ਬਹੁਤਿਆਂ ਨੂੰ ਪ੍ਰਭੂ ਨੇ ਚੰਗਾ ਕੀਤਾ ਸੀਗਾ। ਫਿਰ ਇੱਕ ਵਚਨ ਅਸੀਂ ਪੜ੍ਹ ਦਾਂਗੇ ਫਟਾਫਟ, ਜਿਹਨੂੰ ਮਿਲ ਗਿਆ ਵਚਨ ਪੜ੍ਹ ਦੇਣਾ ਆਪਾਂ ਨੇ। ਮੱਤੀ ਦੀ ਇੰਜੀਲ 14 ਅਧਿਆਇ ਦੀ 34 ਵਚਨ ਪੜ੍ਹ ਦਿਓ ਫਟਾਫਟ ਜਣਾ, ਕੋਈ ਵੀ ਜਿਹਨੂੰ ਮਿਲ ਗਿਆ ਵਚਨ ਫਟਾਫਟ ਪੜ੍ਹ ਦੇਣਾ ਆਪਾਂ ਨੇ। वह पार उतरकर हाँ गन्नेसरत में पहुंचे। हाँ जी, वहाँ के लोगों ने उसे पहचान लिया और आसपास के सारे देश में समाचार भेजा। हाँ और सब बीमारों को उसके पास लाए। हाँ जी, एक मिनट, इस तो पहले भी गया सी प्रभु? हाँ जी, इस तो पहले भी गया सीगा? की ख्याल है? नहीं पता? मरकत दी इंजील 5 अध्याय दी पहली आयत पढ़ियो, इत्थे उंगली रखनी है, मत्ती च उंगली रखनी है। वह झील के पार हाँ गिरसेनियों के देश पहुंचे। हाँ जब वह नाव पर से उतरा तो तुरंत एक मनुष्य, उसमें अशुद्ध आत्मा थी, हाँ कब्रों से निकलकर उसे बस मिला। बस 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 ਇਹ ਜਿਹੜਾ ਇਹ ਦੇਸ਼ ਸੀਗਾ ਤੇ ਦੂਸਰਾ ਜਿਹੜਾ ਸੀਗਾ ਇਹ ਬਿਲਕੁਲ ਨਾਲ ਸੀਗੇ। ਇੱਥੇ ਇੱਕ ਚਮਤਕਾਰ ਕੀਤਾ ਸੀ ਪ੍ਰਭੂ ਨੇ, ਬਹੁਤ ਵੱਡਾ ਚਮਤਕਾਰ। ਕਿਹੜਾ ਚਮਤਕਾਰ ਸੀ? 6000 ਭੂਤ ਸੀ ਇਹਦੇ ਵਿੱਚ। ਇਹ ਬੰਦੇ 6000 ਭੂਤ ਸੀਗੇ ਜਿਹੜੇ ਪ੍ਰਭੂ ਯਿਸੂ ਜੀ ਨੇ ਕਰਤੇ ਸੀਗੇ। 6000 ਕੱਚ ਬਾੜੇ ਸੀਗੇ, ਪਤਾ ਨਾ ਉਹਨੂੰ? ਸੂਰਾਂ ਦੇ ਵਿੱਚ। ਤੇ ਸੂਰ ਕਿੰਨੇ ਸੀਗੇ? ਝੁੰਡ ਕਿੰਨਾ ਸੀਗਾ? 2000 ਬਹੁਤ ਨਹੀਂ, 2000 ਸੀਗਾ। ਠੀਕ ਹੈ, ਬਹੁਤ ਤਾਂ ਚਲੋ ਹੈਗੇ ਸੀ, ਪਰ ਜੇ ਤੁਹਾਨੂੰ ਪੁੱਛੇ ਵੀ ਕਿੰਨਾ ਸੀਗਾ ਤੇ ਤੁਸੀਂ ਕਹੋ ਬਹੁਤ ਸੀਗਾ ਤੇ ਗੱਲ ਨਹੀਂ ਬਣਦੀ। ਤੇ ਪ੍ਰੋਪਰ ਕਿੰਨਾ ਸੀਗਾ ਉਹ? 2000। ਤੇ ਜਦੋਂ ਪ੍ਰਭੂ ਯਿਸੂ ਨੂੰ ਉਹਨਾਂ ਨੇ ਕਿਹਾ, ਪ੍ਰਭੂ ਯਿਸੂ ਨੇ ਨਹੀਂ ਬਾੜੇ, ਉਹਨਾਂ ਨੇ ਕਿਹਾ ਕਿ ਸਾਨੂੰ ਸੂਰਾਂ 'ਚ ਜਾਣ ਦਾ ਹੁਕਮ ਦੇ ਦੇ। ਉਹ ਕਹਿੰਦਾ ਜਾਓ। ਤੇ ਹੁਣ ਜੇ 6000 ਗਏ ਤੇ ਉਹਨਾਂ ਨੂੰ ਕਿੰਨੇ ਕਿੰਨੇ ਆਏ? 3 ਆ ਗਏ। ਉਹ 3 ਵੀ ਚੱਲ ਨਹੀਂ ਸਕੇ। ਉਹ ਝੀਲ ਤੋਂ ਨਾ ਗਿਰ ਕੇ, ਝੀਲ ਦੇ ਵਿੱਚ ਪਹਾੜ ਦੇ ਉੱਪਰੋਂ ਝੀਲ 'ਚ ਗਿਰੇ, ਸਾਰੇ ਮਰ ਗਏ, ਨਾਸ਼ ਹੋ ਗਏ। ਠੀਕ ਆ? ਕਿਉਂਕਿ ਜਿਹੜੀ ਦੁਸ਼ਟ ਆਤਮਾ ਨੇ, ਇੱਕ ਆਤਮਾ ਹੈ, ਜਿਹੜਾ ਜਾਨਵਰ ਆ ਉਹਦੇ ਅੰਦਰ ਆਤਮਾ ਨਹੀਂ ਹੁੰਦਾ ਹੈਗਾ। ਆਤਮਾ ਸਿਰਫ ਬੰਦੇ ਦੇ ਅੰਦਰ। ਪਰਮੇਸ਼ਵਰ ਨੇ ਜਾਨਵਰ ਨੂੰ ਨਾ ਹੁਕਮ ਨਾਲ ਬਣਾਇਆ, ਆਰਡਰ ਦੇ ਨਾਲ। ਠੀਕ ਹੈ ਨੀ? ਹੁਕਮ ਨਾਲ ਬਣਾਇਆ। ਤੇ ਜਿਹੜੇ ਇਨਸਾਨ ਨੂੰ ਆਪਣੇ ਹੱਥ ਨਾਲ ਬਣਾਇਆ, ਮਿੱਟੀ ਗੁੰਨੀ, ਇੱਕ ਪੁਤਲਾ ਬਣਾਇਆ, ਜਿਹੜੇ ਨੱਥ 'ਚ ਜੀਵਨ ਦਾ ਸਾਹ ਫੂਕ ਦਿੱਤਾ। ਇਹ ਆਪਾਂ ਸਾਰੀ ਗੱਲਾਂ ਜਾਣਦੇ ਹਾਂ। ਹੁਣ ਆਤਮਾ ਜਿਹੜਾ ਹੈ, ਉਹ ਜਿਹੜਾ ਸਾਹ ਫੂਕਿਆ ਸੀ ਨਾ, ਉਹੀ ਆਤਮਾ ਸੀ। ਸਾਹ ਦੀ ਉਦਾਂ ਕੋਈ ਵੈਲਿਊ ਨਹੀਂ ਹੈਗੀ। ਵੈਲਿਊ ਕਿਸ ਚੀਜ਼ ਦੀ ਆ? ਆਤਮਾ ਦੀ। ਠੀਕ ਹੈ, ਸਾਹ ਤਾਂ ਸਾਡਾ ਚਲੋ ਸਰੀਰ ਦੇ ਨਾਲ ਚੱਲ ਰਿਹਾ, ਪਰ ਕਹਿਣ ਦਾ ਭਾਵ ਸੀ ਨੱਥ ਨੇ ਜਦੋਂ ਜੀਵਨ ਦਾ ਸਾਹ ਫੂਕਿਆ। ਜੇ ਜੀਵਨ ਦਾ ਸਾਹ ਫੂਕਿਆ, ਜਿਹੜਾ ਜੀਵਨ ਦਾ ਸਾਹ ਹੈ ਨਾ, ਉਹ ਆਤਮਾ ਹੈ। ਸਮਝ ਆਈ? ਕਹਿੰਦਾ ਜਦੋਂ ਆਤਮਾ ਸਰੀਰ ਵਿੱਚੋਂ ਉੱਡ ਜਾਣਾ ਹੈ, ਉਦੋਂ ਸਰੀਰ ਜਿਹੜਾ ਡੈਡ ਹੋ ਜਾਂਦਾ, ਮੁਰਦਾ ਹੋ ਜਾਂਦਾ। ਆਤਮਾ ਹੀ ਨਿਕਲਦਾ ਹੈ, ਫਿਰ ਸਭ ਕੁਝ ਹੀ ਬੰਦ ਹੋ ਜਾਂਦਾ। ਉਹਦੇ ਸਾਹ ਵੀ ਬੰਦ ਹੋ ਜਾਂਦੇ ਆ, ਉਹਦੇ ਹੱਥ ਪੈਰ ਚੱਲਣੇ ਵੀ ਬੰਦ ਹੋ ਜਾਂਦੇ ਆ। ਅਸਲੀ ਵੈਲਿਊ ਕਿਹਦੀ ਆ? ਆਤਮਾ ਦੀ। ਤੇ ਜਿਹੜਾ ਸਾਡਾ ਸੰਬੰਧ ਆ, ਜਦੋਂ ਅਸੀਂ ਪ੍ਰਭੂ ਚ ਆਉਂਦੇ ਆ, ਸਾਡਾ ਸੰਬੰਧ ਵੀ ਆਤਮਿਕ ਤੌਰ ਤੋਂ ਜੁੜਦਾ ਆਤਮਾ ਦੇ ਨਾਲ। ਕਿਹੜੀ ਆਤਮਾ ਦੇ ਨਾਲ? ਪਵਿੱਤਰ ਆਤਮਾ ਨਾਲ ਤੇ ਪਰਮਾਤਮਾ ਨਾਲ। ਪਰਮ ਬਹੁਤ ਬੜਾ ਆਤਮਾ, ਜਿਹਦਾ ਕੋਈ ਤੋਲ, ਕੋਈ ਸਹਿਜ ਨਹੀਂ ਹੈਗਾ, ਉਹ ਪਰਮ ਆ, ਔਰ ਉਹਨੂੰ ਕਹਿੰਦੇ ਪਰਮਾਤਮਾ। ਜਦੋਂ ਉਹਦੇ ਨਾਲ ਸਾਡਾ ਸੰਬੰਧ ਜੁੜਦਾ, ਫਿਰ ਸਾਨੂੰ ਆਲੇ ਦੁਆਲੇ ਦੇਖਣ ਦੀ ਕਦੇ ਜ਼ਰੂਰਤ ਨਹੀਂ ਪਈ।
ਜਿੰਨੇ ਆਪਾਂ ਪ੍ਰਭੂ ਚ ਆ ਗਏ, ਕਿਆ ਤੁਹਾਨੂੰ ਪਿੱਛੇ ਦੇਖਣ ਦੀ ਕਦੀ ਜ਼ਰੂਰਤ ਪਈ ਹੈ? ਕਦੀ ਸੋਚ ਆਇਆ ਵੀ ਉਹ ਉੱਥੇ ਵੀ ਜਾ ਸਕਦੇ ਸੀ ਆਪਾਂ ਜੇ ਜਾਈਏ? ਕਦੀ ਨਹੀਂ। ਕਿਉਂ? ਕਿਉਂਕਿ ਮੈਂ ਅੱਜ ਅਨੰਦਪੁਰ ਸਾਹਿਬ ਚ ਦੱਸ ਰਿਹਾ ਸੀ ਸਵੇਰੇ, ਤੇ ਮੈਂ ਦੱਸ ਰਿਹਾ ਵੀ ਯਹੂਨਾ ਦੀ ਇੰਜੀਲ ਦੇ ਵਿੱਚ ਉਹਦਾ 6 ਅਧਿਆਏ, ਉਹਦਾ 34 ਔਰ 35 ਆਇਤ ਦੇ ਵਿੱਚ ਇਹ ਲਿਖਿਆ ਹੋਇਆ, ਜਦੋਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਵੀ ਜਿਹੜਾ ਮੇਰੇ ਕੋਲ ਆਊਗਾ, ਜੇ ਮਿਲ ਗਿਆ ਤਾਂ ਪੜ੍ਹਦੇ ਫਟਾਫਟ ਜਰਾ। यीशु ने उनसे कहा, ਯਿਸੂ ਨੇ ਉਹਨਾਂ ਨੂੰ ਕਿਹਾ, जीवन की रोटी मैं हूँ। ਜੀਵਨ ਦੀ ਰੋਟੀ ਕੌਣ ਆ? ਮੈਂ। ਹਾਂ, जो मेरे पास आता है ਜਿਹੜਾ ਮੇਰੇ ਕੋਲ ਆਉਂਦਾ ਹਾਂ वह कभी भूखा ना होगा, ਉਹ ਕਦੀ ਭੁੱਖਾ ਨਹੀਂ ਹੋਏਗਾ। और जो मुझ पर विश्वास करता ਜਿਹੜਾ है ਮੇਰੇ ਤੇ ਵਿਸ਼ਵਾਸ ਕਰਦਾ ਹੈ वह कभी प्यासा ना ਉਹ होगा। ਕਦੀ ਪਿਆਸਾ ਨਹੀਂ ਹੁੰਦਾ। ਠੀਕ ਹੈ ਜੀ। ਤੇ ਜਦ ਭੁੱਖ ਨਹੀਂ ਹੈਗੀ ਤੇ ਕਿਤੇ ਆਲੇ ਦੁਆਲੇ ਜਾਣ ਦੀ ਜ਼ਰੂਰਤ ਹੈਗੀ ਹੈ? ਹਨਾ? ਇਹ ਮੈਂ ਕਈ ਵਾਰ ਉਦਾਹਰਨ ਦਿੰਦਾ ਹੈ ਵੀ ਜਦੋਂ ਅਸੀਂ ਕੁੱਤੇ ਰੱਖੇ ਹੋਏ ਆ ਤੇ ਕੁੱਤੇ ਨੂੰ ਅਸੀਂ ਰੋਟੀ ਮਾਰ ਮਾਰ ਕੇ ਖਵਾਉਂਦੇ ਵੀ ਖਾਓ ਇਹ ਖਾਓ, ਖਾਂਦੇ ਨਹੀਂ ਉਹ। ਕਿਉਂ ਨਹੀਂ ਖਾਂਦੇ ਉਹ? ਰੱਜੇ ਇੱਕ ਬਾਹਰ ਵਾਲੇ ਆ, ਉਹਨਾਂ ਤਿੰਨ ਤਿੰਨ ਪਾ ਕੇ ਹੋਰ ਵੀ ਉਹ ਚੱਕੀ ਜਾਂਦੇ ਆ। ਕਿਉਂ? ਕਿਉਂਕਿ ਉਹ ਭੁੱਖੇ ਨੇ। ਤੇ ਜੇ ਭੁੱਖੇ ਆ ਫਿਰ ਕਈ ਤਰ੍ਹਾਂ ਦੇ ਉਹ ਜਾਂਦੇ ਆ ਕਿ ਨਹੀਂ? ਤੇ ਇਸੇ ਪ੍ਰਕਾਰ ਜਦੋਂ ਇਨਸਾਨ ਭਟਕਦਾ ਹੈ ਤਾਂ ਕੌਣ ਭਟਕਦਾ ਹੈ? ਜਿਹੜਾ ਸ਼ਾਂਤ ਹੈ, ਜਿਹਦੇ ਕੋਲ ਸ਼ਾਂਤੀ ਨਹੀਂ ਹੈ, ਜਿਹੜਾ ਭੁੱਖਾ ਹੈ, ਸ਼ਾਂਤੀ ਦਾ ਭੁੱਖਾ ਹੈ, ਆਸ਼ੀਸ਼ਾਂ ਦਾ ਭੁੱਖਾ ਹੈ, ਉਹ ਭਟਕਦਾ ਹੈ। ਪਰ ਪ੍ਰਭੂ ਨੇ ਕੀ ਵਾਅਦਾ ਕੀਤਾ? ਜਿਹੜਾ ਮੇਰੇ ਕੋਲ ਆਊਗਾ ਨਾ, ਸਭ ਤੋਂ ਪਹਿਲੀ ਗੱਲ ਕਿਆ ਹੋਊਗਾ? ਉਹ ਕਦੀ ਭੁੱਖਾ ਨਹੀਂ ਹੋਊਗਾ। ਹਾਲੇਲੂਇਆ। ਉਹ ਭੁੱਖਾ ਨਹੀਂ ਹੋਊਗਾ। ਇਹ ਵਾਅਦਾ ਹੈ ਔਰ ਇਹ ਵਾਅਦਾ ਪੂਰਾ ਹੁੰਦਾ ਹੈ। ਜਿੰਨੇ ਵੀ ਲੋਕ ਮੈਨੂੰ ਅੱਜ ਤੱਕ ਮਿਲੇ ਆ ਪ੍ਰਭੂ ਦੇ ਵਿੱਚ, ਜਿਹੜੇ ਸਹੀ ਪ੍ਰਭੂ ਦੇ ਵਿੱਚ ਆ, ਜਿਹਨੂੰ ਆਪਾਂ ਕਹਿ ਸਕਦੇ ਪ੍ਰਭੂ ਦੇ ਵਿੱਚ, ਜਿਹੜੇ 2-2 4-4 ਨਾਗੇ ਮਾਰਦੇ ਨਾ 2-2 ਮਹੀਨੇ ਦੇ ਵਿੱਚ, ਉਹਨਾਂ ਨੂੰ ਨਹੀਂ ਮੈਂ ਕਹਿ ਸਕਦਾ ਹੈਗਾ। ਪਰ ਜਿਹੜੇ ਵਾਕਈ ਪ੍ਰਭੂ ਦੇ ਵਿੱਚ ਆ, ਉਹਨਾਂ ਦੇ ਬਾਰੇ ਮੈਂ ਗੱਲ ਕਰਦਾ ਹਾਂ। ਤੇ ਉਹ ਕੀ ਆ? ਕਿਸੇ ਦੇ ਕੋਲ ਵੀ ਇਹ ਗਵਾਹੀ ਨਹੀਂ ਮਿਲੀ ਵੀ ਬੜੇ ਦੁਖੀ ਹੈ ਜੀ, ਜਿੱਦਣ ਪ੍ਰਭੂ ਚ ਆਏ ਆ ਬਹੁਤ ਪਰੇਸ਼ਾਨ ਆ। ਤੁਸੀਂ ਕਿਸੇ ਨੇ ਸੁਣੀ ਇਹ ਗੱਲ? ਹਾਂਜੀ ਸੁਣੀ ਆ? ਕਿਆ ਸੁਣਿਆ ਮੈਂ ਹਮੇਸ਼ਾ? ਕਿ ਜਿੱਦਣ ਤੋਂ ਆਏ ਬਦਲ ਗਿਆ ਸਭ ਕੁਝ, ਹੈ ਕਿ ਨਹੀਂ? ਕਿਉਂ ਬਦਲ ਗਿਆ? ਕਿਉਂਕਿ ਸਭ ਤੋਂ ਪਹਿਲਾਂ ਉਹ ਕੀ ਮਟਾਉਂਦਾ? ਸਾਡੀ ਭੁੱਖ ਮਟਾਉਂਦਾ ਏ। ਨਾ ਪਿਆਸਾ ਹੋਏਗਾ ਤੇ ਨਾ ਭੁੱਖਾ ਹੋਏਗਾ। ਤੇ ਜਦੋਂ ਇਹ ਗੱਲ ਵੀ ਨਾ ਪਿਆਸਾ ਹੋਵੇ ਨਾ ਭੁੱਖਾ ਹੋਵੇ, ਹੋਰ ਕੀ ਚਾਹੀਦਾ? ਦੇਖੋ ਮੈਂ ਉੱਥੇ ਦੱਸ ਰਿਹਾ ਅਨੰਦਪੁਰ ਸਾਹਿਬ ਦੇ ਵਿੱਚ ਵੀ ਜਿਹੜੇ ਕੱਪੜੇ ਆ ਨਾ ਆਪਣੇ, ਚਲੋ ਜੇ ਮੈਲੇ ਹੋਣ, ਗੰਦੇ ਹੋਣ, ਫਟੇ ਹੋਣ, ਚੱਲ ਜਾਣਗੇ, ਕੋਈ ਗੱਲ ਨਹੀਂ। ਘਰ ਵੀ ਚਲੋ ਜੇ ਪੁਰਾਣਾ ਟੁੱਟਿਆ ਭੱਜਿਆ ਚੱਲ ਜਾਏਗਾ। ਪਰ ਜੇ ਤੁਸੀਂ ਭੁੱਖੇ ਆ ਨਾ, ਇਹ ਨਹੀਂ ਚੱਲ ਸਕਦਾ ਹੈ ਜਾਂ ਨਹੀਂ? ਭੁੱਖੇ ਨਹੀਂ ਰਹਿ ਸਕਦੇ ਤੁਸੀਂ ਤੇ ਪਿਆਸੇ ਨਹੀਂ ਰਹਿ ਸਕਦੇ। ਭੁੱਖ ਮਾਰਦੀ ਆ, ਭੁੱਖ ਨਾਲ ਮਰਦੇ ਆ ਲੋਕ, ਪਿਆਸ ਨਾਲ ਹੀ ਮਰਦੇ ਆ। ਇੱਧਰ ਯੂਪੀ ਬਿਹਾਰ ਵੱਲ ਨਾ ਸਭ ਤੋਂ ਜ਼ਿਆਦਾ ਪਾਣੀ ਨੇ ਮਾਰੇ ਹੋਏ ਲੋਕ। ਪਾਣੀ ਨਹੀਂ ਹੈਗਾ ਸਹੀ, 5-5 6-6 ਕਿਲੋਮੀਟਰ ਜਾਂਦੇ ਪਾਣੀ ਲੈਣ ਵਾਸਤੇ ਲੋਕ, ਉਹ ਵੀ ਛੱਪੜਾਂ ਦੇ ਵਿੱਚੋਂ ਛਾਣ ਕੇ ਪਤਾ ਨਹੀਂ ਕਿੱਦਾਂ ਚੁੰਨੀਆਂ ਨਾਲ ਪੁਣ ਕੇ ਪਾਣੀ ਲਿਆਉਂਦੇ। ਪੰਜਾਬ ਬਹੁਤ ਖੁਸ਼ ਆ, ਬਹੁਤ ਵਧੀਆ ਹੈ ਕਿ ਹਰ ਤਰ੍ਹਾਂ ਦਾ ਪਾਣੀ ਬਹੁਤ ਜ਼ਿਆਦਾ ਆਪਾਂ ਨੂੰ ਮਿਲਦਾ, ਕੋਈ ਪ੍ਰੋਬਲਮ ਨਹੀਂ ਹੈਗੀ। ਇਸ ਸਮੇਂ ਕੋਈ ਨਹੀਂ ਹੈਗੀ, ਲੇਕਿਨ ਆਉਣ ਵਾਲਾ ਸਮੇਂ ਕੋਈ ਹੋਈ ਜਾਂਦੀ ਹੋਏ ਪਤਾ ਨਹੀਂ, ਪਰ ਇਸ ਸਮੇਂ ਆਪਾਂ ਬਿਲਕੁਲ ਠੀਕ ਹੈ ਜਾਂ ਨਹੀਂ? ਤੇ ਇਸ ਕਰਕੇ ਵੀ ਇਹ ਦੋ ਚੀਜ਼ਾਂ ਇਨਸਾਨ ਨੂੰ ਮਾਰਦੀਆਂ ਨੇ। ਕਿਹੜੀ ਕਿਹੜੀ? ਭੁੱਖ ਤੇ ਪਿਆਸ। ਹੁਣ ਇੱਥੇ ਕੀ ਪ੍ਰਭੂ ਨੇ ਕਿਹਾ?
हाँ, ना भुखा रहेगा ते ना प्यासा रहेगा। फिर मत्ती दी इंजील 11:28 च की लिखा है, अद्धे दस्यो हुण कोई 11:28 विच। हाँ, हे भार हेड़ दवे लोको मेरे कोल आ जाओ ते मैं तुहानू की दवांगा। ते आराम की आ? आराम नू की कह सकदे आपां? शांति। जिन्होंने लोग पहाड़ा दे लभदे फिरदे आ, इधर उधर टक्करा मारदे बेचारे, उहदी वाली गल आ। वो शांति प्रभु कहना मैं तुहानू दवांगा। हालेलुया, समझ आई? फिर होर की चाहिए आपां नू? हाँ जी, होर की चाहिए फिर? सब कुछ है नहीं? फिर निर्गमन की किताब में आप पढ़ेंगे नहीं 15:26 की लिखा है? लास्ट में पढ़ दो, लास्ट में क्या लिखा है? मैं टोटा उच्ची हो लोगे, मैं टोटा किया चंगा करने वाला परमेश्वर आ। ठीक है? फिर भजन दे विच 103 दी 1 और 2 तीन दे च लिखा है, कहना वो तुहाडे सारे पापां नू क्षमा करदा है ते तुहाडे सारे रोगां नू चंगा करदा है। और की चाहिए फिर इस तो इलावा? है नहीं? तो वचन च लिखा है गल, यीशु मसीह उत्थे लोकां नू चंगा कर सकदा सीगा, ठीक है? चंगाई पाने वास्ते आए सी लोगों, प्रभु चंगा कर सकदा सीगा, पर प्रभु उस तो ज्यादा जरूरी क्या समझदा सीगा कि इन्हां नू बचन चाहिदा। जद बचन इन्हां दे अंदर होएगा ते ये अपने आप चंगे हो जाएंगे, बल्कि दूसरियां नू भी चंगा कर सकणगे। क्योंकि मरकस 16:17 च गल कही गई है कि जो विश्वास करेगा उहदे च निशान होणगे कि मेरे नां च भूतां नू कढ देणगे। हुण विश्वास कदों होएगा? जदों बचन होएगा। हुण बचन किद्दां मिलेगा? सुनन नाल। रोम च लिखिਆ है विश्वास कित्तों आंदा? 10:17 च लिखिਆ रोमी विच, विश्वास कित्तों आंदा? सुनन तो। प्रभु यीशु मसीह क्यों वचन खा रहा सी इन्हां नूं? कहंदा सुननगे ते इन्हां अंदर की आएगा? विश्वास आएगा। ते जब विश्वास आएगा तो ये विश्वासी बन जाणगे, ते फिर इन्हां च निशान होणगे कि मेरे नां च भूतां नूं कर देणगे। ये भूतां नूं लैके नहीं घुमणगे, बल्कि दूसरे नूं भी चंगा कर देणगे, दूसरे दे भूतां नूं भी कढ देणगे। ते उसी मरकत च अगे लिखिਆ 18 ਦੇ ਵਿੱਚ ਕਹਿੰਦਾ ਉਹ ਬਿਮਾਰਾਂ ਉੱਤੇ ਹੱਥ ਰੱਖਣਗੇ ਤੇ ਬਿਮਾਰ ਚੰਗੇ ਹੋ ਜਾਣਗੇ। ਤੁਹਾਨੂੰ ਵਰਦਾਨ ਪ੍ਰਭੂ ਨੇ ਇਹ ਦੇਣਾ ਹੈ ਕਿ ਤੁਸੀਂ ਬਿਮਾਰ ਤੇ ਹੱਥ ਰੱਖੋ ਤੇ ਬਿਮਾਰ ਚੰਗੇ ਹੋ ਜਾਣਗੇ। ਉੱਥੇ ਲੰਬੀ ਪ੍ਰਾਰਥਨਾ ਦਾ ਜ਼ਿਕਰ ਨਹੀਂ ਹੈਗਾ ਕਿ ਤੁਹਾਨੂੰ ਲੰਬੀ ਪ੍ਰਾਰਥਨਾ ਕਰਨੀ ਪਊਗੀ ਹੱਥ ਰੱਖ ਕੇ, बहुत लंबी प्रार्थना करनी पड़ेगी, प्रभु चंगा कर दो, चंगा कर दो, चंगा कर दो, चंगा कर दो। ये नहीं, एक बारी हाथ रख के कहो कि दुष्ट आत्मा बीमारी यीशु दे नाम च निकल जा। बस फिर की करो? फिर की करो? धन्यवाद करो, विश्वास रखो कि जो कहा हो गया। शक ना करोगे, वो हो जाएगा। उचित समय दो टाइम ते मतलब दो तरह की चंगाई मिल सकती है, दो तरह की। आप जो पैसे अपन मिलते कि तो दो तरह के पैसे मिलते अपन। फटाफट बोलो किहड़े किहड़े तरह का? किसी तो आप पैसे लेने आ, अपन दो तरह के पैसे मिल सकते हैं और मिलते हैं। फटाफट दसो किदा मिलते हैं? कमाल है।
ਬਹੁਤ ਸੌਖਾ ਹੈ। ਕਿੱਦਾਂ ਕਿੱਦਾਂ ਮਿਲਦੇ ਆ? ਦੱਸ ਤਾਂ ਰਹੇ ਸੀ ਕੋਈ ਵਿੱਚ ਨੂੰ। ਚੈੱਕ ਤੇ ਕੈਸ਼। ਵੈਰੀ ਗੁੱਡ। ਕਦੀ ਕਦੀ ਮੁੰਡਾ ਹੁੰਦਾ, ਦੇਖ ਲਓ। ਚੈੱਕ ਤੇ ਕੈਸ਼। ਕੀ ਚੈੱਕ ਪੈਸੇ ਨਹੀਂ ਹੈਗੇ ਕਿ ਕਾਗਜ਼ ਆਹੋ? ਪੈਸੇ ਆਹੋ, ਪਰ 2 ਦਿਨ ਬਾਅਦ ਜਾਂ 2 ਘੰਟੇ ਬਾਅਦ, 4 ਘੰਟੇ ਬਾਅਦ, 10 ਘੰਟੇ ਬਾਅਦ ਮਿਲਦੇ ਆਹੋ। ਬੈਂਕ ਜਾਣਾ ਪੈਣਾ, ਸਾਰਾ ਕੁਝ ਕਰਨਾ ਪੈਣਾ, ਫਿਰ ਉਹ ਕੈਸ਼ ਹੋਣਾ ਕਿ ਨਹੀਂ? ਪਰ ਇੱਕ ਤੁਹਾਨੂੰ ਕੈਸ਼ ਮਿਲ ਗਿਆ, ਉਹਦੇ ਵਾਸਤੇ ਕੁਝ ਕਰਨ ਦੀ ਜ਼ਰੂਰਤ ਨਹੀਂ। ਜਿਹੜਾ ਚਮਤਕਾਰ ਹੈ ਨਾ, ਉਹ ਕੈਸ਼ ਆ। ਜਿਹੜੀ ਚੰਗਾਈ ਆ, ਉਹ ਚੈੱਕ ਰੂਪ ਦੇ ਵਿੱਚ ਆ। ਮਿਲ ਗਈ ਆ, ਪਰ ਉਹਨੂੰ 2 ਦਿਨ ਲੱਗ ਸਕਦੇ, 2 ਘੰਟੇ ਲੱਗ ਸਕਦੇ ਆ, 10 ਘੰਟੇ ਲੱਗ ਸਕਦੇ, 1 ਹਫ਼ਤਾ ਵੀ ਲੱਗ ਸਕਦਾ ਹੈ। ਇਹ ਕਿਹਦੇ ਪਰ ਡਿਪੈਂਡ ਆ? ਜਾਂ ਤਾਂ ਪ੍ਰਾਰਥਨਾ ਕਰਵਾਉਣ ਵਾਲੇ ਪਰ ਤੇ ਜਾਂ ਕਰਨ ਵਾਲੇ ਪਰ। ਕਈ ਵਾਰ ਕਰਵਾਉਣ ਵਾਲੇ ਦਾ ਹੀ ਵਿਸ਼ਵਾਸ ਇਦਾਂ ਹੁੰਦਾ ਹੈ ਕਿ ਚਲੋ ਪ੍ਰਾਰਥਨਾ ਕਰਾ ਕੇ ਦੇਖ ਲੈਂਦੇ ਆ, ਹੋ ਸਕਦਾ ਚੰਗੇ ਹੋ ਜਾਈਏ। ਜਦ ਹੋ ਸਕਦਾ ਹੈ ਤਾਂ ਫਿਰ ਹੌਲੀ ਹੌਲੀ। ਪਰ ਕਈ ਵਾਰ ਇਹ ਹੁੰਦਾ, ਮੈਂ ਤਾਂ ਪ੍ਰਾਰਥਨਾ ਕਰਾਉਂਗਾ ਤੇ ਚੰਗਾ ਹੋ ਜਾਊਂਗਾ, ਬਸ ਉਸ ਤੋਂ ਅੰਤੂ ਪਰੰਤੂ ਕੁਛ ਨਹੀਂ। ਉਹ ਉਸੇ ਸਮੇਂ ਚੰਗਾ। ਉਹ ਇਸਤਰੀ ਕਿਆ ਕਹਿੰਦੀ ਸੀਗੀ? ਕਿੰਨੇ ਸਾਲ ਦੀ ਬਿਮਾਰੀ ਸੀ? 12 ਸਾਲ ਦੀ। ਲਹੂ ਬਹਿਣ ਦਾ ਰੋਗ, ਭਿਆਨਕ ਰੋਗ ਸੀ। ਇਹ ਨਹੀਂ ਕਿ ਉਹ ਵੈਦਾਂ ਹਕੀਮਾਂ ਕੋਲ ਨਹੀਂ ਗਈ ਸੀ। ਲਿਖਿਆ ਹੋਇਆ ਤਾਂ ਸਪੈਸ਼ਲ ਕਿ ਵੈਦਾਂ ਹਕੀਮਾਂ ਕੋਲ ਜਾ ਕੇ ਬਹੁਤ ਸਾਰਾ ਪੈਸਾ ਬਰਬਾਦ ਕੀਤਾ, ਬਹੁਤ ਦੁੱਖ ਪਾਇਆ, ਬਹੁਤ ਸਾਰਾ ਪੈਸਾ ਵੇਸਟ ਹੋਇਆ, ਪਰ ਚੰਗੀ। ਯਿਸੂ ਮਸੀਹ ਦੇ ਬਾਰੇ ਸੁਣ ਕੇ ਕੀ ਕਰਿਆ ਉਹਨੇ? ਉਹਨੇ ਸੁਣਿਆ ਕਿ ਉਹ ਤਾਂ ਅੰਨ੍ਹਿਆਂ ਨੂੰ ਵੀ ਦਿਖਾ ਦਿੰਦਾ ਹੈ, ਉਹ ਤਾਂ ਲੰਗੜਿਆਂ ਨੂੰ ਵੀ ਚਲਾ ਦਿੰਦਾ ਤੇ ਮੁਰਦਿਆਂ ਨੂੰ ਵੀ ਜਿਉਂਦਾ ਕਰ ਦਿੰਦਾ। ਇਹ ਕੀ ਕੀਤਾ ਉਹਨੇ? ਕਿਆ ਕੀਤਾ? ਪਹਿਲਾਂ ਸੁਣਿਆ ਉਹਨੇ, ਸੁਣਨ ਦੇ ਨਾਲ ਵਿਸ਼ਵਾਸ ਆ ਗਿਆ ਉਹਦੇ ਅੰਦਰ। ਤੇ ਕੀ ਕਹਿ ਰਹੀ ਆ? ਮੈਨੂੰ ਪ੍ਰਾਰਥਨਾ ਕਰਾਉਣ ਦੀ ਜ਼ਰੂਰਤ ਨਹੀਂ ਹੈਗੀ, ਮੈਂ ਤਾਂ ਜੇ ਪੱਲਾ ਛੂਲੂੰਗੀ ਤਾਂ ਚੰਗੀ ਹੋ ਜਾਵਾਂਗੀ। ਪੱਲਾ ਛੂਹਣ ਨਾਲੇ ਚੰਗੀ ਹੋ ਜਾਵਾਂਗੀ। ਹੋਇਆ ਕਿਆ? ਫਿਰ ਜਦ ਉਹਨੇ ਪੱਲਾ ਛੂਹਿਆ, ਉसी समय ਉਹ ਚੰਗੀ ਹੋ ਗਈ, ਉसी समय ਚੰਗੀ ਹੋ ਗਈ। ਕੀ ਕਿਹਾ ਸੀ ਉਹਨੇ ਆਪਣੇ ਮੂੰਹ ਤੋਂ? ਪ੍ਰਭੂ ਦਾ ਪਤਾ ਨਹੀਂ ਨਾ। ਪ੍ਰਾਰਥਨਾ ਕਰਨ ਵਾਲੇ ਨੂੰ, ਚੰਗਾ ਕਰਨ ਵਾਲੇ ਨੂੰ ਨਹੀਂ ਪਤਾ ਹਲੇ ਵੀ ਕਿਆ ਹੋ ਰਿਹਾ ਪਿੱਛੇ। ਇਹ ਕਿਹਨੇ ਚੰਗਾ ਕੀਤਾ ਉਹਨੂੰ? ਪ੍ਰਭੂ ਯਿਸੂ ਦੇ ਅੱਗੇ ਆਈ ਉਹ। ਪ੍ਰਭੂ ਯਿਸੂ ਨੇ ਕਿਹਾ, ਮੇਰੇ ਅੰਦਰੋਂ ਸਾਮਰਥ ਨਿਕਲੀ ਆ। ਤੁਸੀਂ ਇਹ ਦੇਖੋ, ਤੁਹਾਡਾ ਵਿਸ਼ਵਾਸ, ਖੁਦਾ ਜੇਕਰ ਨਹੀਂ ਵੀ ਚਾਹੇ ਨਾ ਤਾਂ ਵੀ ਚਮਤਕਾਰ ਕਰ ਸਕਦਾ। ਹਾਲੇਲੂਇਆ। ਵੈਸੇ ਇਦਾਂ ਹੈ ਨਹੀਂ ਕਿ ਪ੍ਰਭੂ ਚਾਹੁੰਦਾ ਨਹੀਂ, ਪ੍ਰਭੂ ਚਾਹੁੰਦਾ ਹੈ। ਪਰ ਇੱਥੇ ਕੀ ਲਿਖਿਆ ਹੈ? ਯਿਸੂ ਨੂੰ ਪਤਾ ਹੀ ਨਹੀਂ ਸੀਗਾ। ਜਦ ਸਾਮਰਥ ਨਿਕਲੀ ਨਾ, ਉਦੋਂ ਪਤਾ ਲੱਗਿਆ ਉਹਨੂੰ। ਫਿਰ ਉਹ ਖੜ ਗਿਆ, ਫਿਰ ਉਹਨੇ ਆਲੇ ਦੁਆਲੇ ਦੇਖਿਆ, ਕਿਹਨੇ ਛੂਹਿਆ ਮੈਨੂੰ? ਕਹਿੰਦਾ, ਉਹ ਕਹਿੰਦਾ ਪ੍ਰਭੂ ਛੂਹਣ ਦੀ ਕੀ ਗੱਲ, ਲੋਕ ਤਾਂ ਉੱਪਰ ਗਿਰ ਰਹੇ ਆ। ਛੂ ਲਿਆ ਹੋਣਾ ਕਿਸੇ ਨੇ? ਕਹਿੰਦਾ ਨਹੀਂ, ਮੈਨੂੰ ਏਦਾਂ ਦੇ ਦੁਖੀ ਬੰਦੇ ਨੇ ਛੂਹਿਆ ਔਰ ਉਹਦਾ ਦੁੱਖ ਵੀ ਚਲਾ ਗਿਆ। ਜਦੋਂ ਇਸਤਰੀ ਨੇ ਦੇਖਿਆ ਮੇਰੇ ਨਾਲ ਕਿਦਾਂ ਦੀ ਭਲਾਈ ਹੋਈ, ਉਹ ਡਰਦੀ ਕੰਬਦੀ ਹੋਈ ਮੂਹਰੇ ਆ ਗਈ। ਜਦੋਂ ਮੂਹਰੇ ਆ ਗਈ, ਉਹਨੇ ਆਪਣਾ ਸਾਰੇ ਹਾਲ ਬਿਆਨ ਕਰ ਦਿੱਤਾ, ਸੁਣਾ ਦਿੱਤਾ। ਕੀ ਕਿਹਾ ਪ੍ਰਭੂ ਨੇ? ਤੇਰੇ ਵਿਸ਼ਵਾਸ ਨੇ ਪੁੱਤਰੀ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕਰ ਦਿੱਤਾ। ਦੇਖੋ, ਪਰਮੇਸ਼ਰ ਖੁਦ ਕਹਿ ਰਿਹਾ, ਖੁਦਾ ਉਹ ਖੁਦ ਕਹਿ ਰਿਹਾ ਕਿ ਤੇਰੇ ਵਿਸ਼ਵਾਸ ਨੇ ਤੈਨੂੰ। ਅੱਜ ਕੌਣ ਚੰਗਾ ਕਰੇਗਾ ਤੁਹਾਨੂੰ? ਤੁਹਾਡਾ ਵਿਸ਼ਵਾਸ ਚੰਗਾ ਕਰੇਗਾ। ਤੇ ਵਿਸ਼ਵਾਸ ਕਿੱਥੋਂ ਆਏਗਾ? ਸੰਗਤੀ ਕਰਨ ਤੋਂ, ਵਚਨ ਸੁਣਨ ਤੋਂ। ਬਿਨਾਂ ਸੰਗਤੀ ਤੋਂ, ਬਿਨਾਂ ਵਚਨ ਤੋਂ ਵਿਸ਼ਵਾਸ ਨਹੀਂ ਆ ਸਕਦਾ। ਲਿਖਿਆ ਹੋਇਆ ਹੈ ਗੱਲ।
ਵਿਸ਼ਵਾਸ ਸੁਣਨ ਤੋਂ ਆਣਾ ਹੈ, ਤੇ ਸੁਣਨਾ ਕੀ ਆ? ਪ੍ਰਭੂ ਦਾ ਵਚਨ, ਕਿ ਨਹੀਂ? ਉਹਨੇ ਕਿਹਾ ਤੇਰੇ ਵਿਸ਼ਵਾਸ ਨੇ। ਬਹੁਤ ਸਾਰੇ ਪਾਸਟਰ ਦਾਅਵਾ ਕਰਦੇ ਆ ਮੈਂ ਚੰਗਾ ਕਰਦਾ ਹਾਂ। ਨਹੀਂ, ਕੋਈ ਚੰਗਾ ਨਹੀਂ ਕਰ ਸਕਦਾ ਹੈਗਾ। ਪ੍ਰਭੂ ਯਿਸੂ ਨੇ ਖੁਦ ਕਿਹਾ ਤੇਰਾ ਵਿਸ਼ਵਾਸ ਤੈਨੂੰ ਚੰਗਾ ਕਰੇਗਾ। ਜਦੋਂ ਅੰਨੇ ਆਏ ਪ੍ਰਭੂ ਦੇ ਕੋਲ, ਵਰਤਮਾਈ ਅੰਨਾ ਆਇਆ, ਠੀਕ ਆ, ਜਦੋਂ ਸਾਹਮਣੇ ਆਇਆ, ਪਤਾ ਆਪਾਂ ਨੂੰ ਸਾਰੀ ਗੱਲ। ਪ੍ਰਭੂ ਨੇ ਕੀ ਚਾਹੁੰਦਾ ਹੈ? ਕਹਿੰਦਾ ਮੈਂ ਦੇਖਣ ਲੱਗ ਜਾ ਬਸ। ਕਹਿੰਦਾ ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕਰਤਾ। ਉਹਨੇ ਕਿਹਾ ਨਹੀਂ ਪ੍ਰਭੂ ਨੇ ਵੀ ਜਾ ਦੇਖਣ ਲੱਗ ਜਾ, ਹੋ ਜੇ ਹੋ ਜੇ ਨਾ। ਜੋ ਤੂੰ ਕਹਿੰਦਾ ਹੈ ਉਹਦੇ ਮੁਤਾਬਕ ਹੋ ਜਾਵੇ। क्या होया फिर? उसी समय देखण किने दिखाता हो? यीशु ने हाथ नहीं रखिया उस पर। उसी बच्चे ने पढ़ियो मरकत दे विच 10 अध्याय दे विच 10 अध्याय 40-46 विच लिखा है। उन्हें नहीं कुछ कहा। यीशु ने अपने मुंह तो कुछ शब्द नहीं बोले कि जा देखण लग जा हाथ रखे ਉਹਦੇ पर ना। ਉਹਨੇ ਕੀ ਕਿਹਾ? ਤੇਰੇ ਵਿਸ਼ਵਾਸ ਦੇ ਅਨੁਸਾਰ ਹੋ ਜਾਏ। ਹੋ ਗਿਆ, ਉਸੇ ਸਮੇਂ ਉਹ ਚੰਗਾ ਹੋ ਗਿਆ। ਕਿਹਨੇ ਚੰਗਾ ਕੀਤਾ? ਵਿਸ਼ਵਾਸ ਨੇ। ਤਾਂ ਪ੍ਰਭੂ ਯਿਸੂ ਮਸੀਹ ਉਸ ਝੀਲ ਦੇ ਕਿਨਾਰੇ ਤੇ ਇਸ ਕਰਕੇ ਉਸ ਨੌ ਨੂੰ ਅੰਦਰ ਲੈ ਗਿਆ ਪਾਣੀ ਦੇ ਵਿੱਚ, ਤਾਂ ਕਿ ਲੋਕ ਮੇਰੇ ਉੱਤੇ ਗਿਰ ਨਾ ਸਕਣ ਤੇ ਜਿਹੜੀ ਗੱਲ ਮੈਂ ਦੱਸਣੀ ਚਾਹੁੰਦਾ ਉਹ ਸੁਣ ਲੈਣ, ਉਹ ਗੱਲਾਂ ਨੂੰ ਸੁਣ ਲੈਣ, ਉਸ ਬਚਨ ਨੂੰ ਸੁਣ ਲੈਣ। ਕਿਉਂਕਿ ਜਦ ਬਚਨ ਦੇ ਅੰਦਰ ਹੋਏਗਾ ਤੇ ਜਿਹੜੀਆਂ ਦੁਸ਼ਟ ਆਤਮਾ ਇਹਨਾਂ ਨੂੰ ਛੱਡ ਕੇ ਜਾਣਗੀਆਂ, ਉਹ ਫਿਰ ਵਾਪਸ ਵੀ ਆਉਣਗੀਆਂ। ਮੱਤੀ ਦੀ ਇੰਜੀਲ ਦੇ ਵਿੱਚ 12:43 ਚ ਲਿਖਿਆ ਹੋਇਆ, ਕਹਿੰਦਾ ਜਦ ਇੱਕ ਦੁਸ਼ਟ ਆਤਮਾ ਨਿਕਲ ਕੇ ਜਾਂਦੀ ਹੈ ਨਾ, ਤੇ ਉਹ ਜੰਗਲਾਂ 'ਚ ਆਰਾਮ ਭਾਲਦੀ ਆ। ਆਰਾਮ ਨਹੀਂ ਮਿਲਦਾ ਉਹਨੂੰ, ਕਿਉਂਕਿ ਜੰਗਲਾਂ 'ਚ ਕੀ ਆ? ਜਾਨਵਰ ਨੇ, ਇਨਸਾਨ ਨਹੀਂ ਹੈਗੇ ਉਹ। ਨਹੀਂ ਤਾਂ ਜਾਨਵਰਾਂ 'ਚ ਜਾ ਕੇ ਬੈਠ ਸਕਦੀ ਸੀਗੀਆਂ। ਆਪਾਂ ਦੇਖਿਆ ਹੁਣ ਜੇ ਸੂਰਾਂ 'ਚ ਬੈਠੀਆਂ, ਸੂਰ ਮਰ ਗਏ। ਜਦ ਵੀ ਕਈ ਡੰਗਰ 'ਚ ਆਤਮਾ ਜਾਂਦੀਆਂ ਨੇ, ਉਹ ਡੰਗਰ ਮਰ ਜਾਂਦੇ ਕੀਲਿਆਂ ਦੇ ਉੱਪਰ, ਨਹੀਂ ਰਹਿ ਸਕਦੇ। ਉਹ ਆਤਮਾ ਉਹਨਾਂ ਅੰਦਰ ਨਹੀਂ ਰਹਿ ਸਕਦੀ, ਮਰ ਜਾਂਦੇ ਡੰਗਰ। ਹੁਣ ਤੁਸੀਂ ਕਦੀ ਦੇਖਿਆ ਵੀ ਜੰਗਲ ਦੇ ਵਿੱਚ, ਕਦੀ ਸੁਣਿਆ ਹੋਵੇ ਵੀ ਸਾਡੀ ਗਾਂ ਨੂੰ ਜੀ ਭੂਤ ਚਿੰਬੜ ਗਿਆ ਸੀਗਾ ਜੀ? ਅੱਜ ਜੰਗਲ 'ਚ ਘੁੰਮਦੀ ਸੀਗੀ, ਬੱਕਰੀ ਘੁੰਮਦੀ ਸੀਗੀ, ਬੱਕਰੀ ਨੂੰ ਭੂਤ ਚਿੰਬੜ ਗਿਆ ਸੀਗਾ। ਕਿੰਨੇ ਨੇ ਸੁਣੇ ਜੀ? ਦੱਸਿਓ ਮੈਨੂੰ ਵੀ। ਹਾਂਜੀ, ਜਾਂ ਕਹਿੰਦੇ ਇਹ ਸੁਣਿਆ ਵੀ ਸਾਡੀ ਚਾਚੀ ਨੂੰ, ਤਾਈ ਨੂੰ ਮੱਝ ਚਿੰਬੜ ਗਈ ਸੀਗੀ, ਉਹਨੂੰ ਬੱਕਰਾ ਚਿੰਬੜ ਗਿਆ ਸੀਗਾ? ਕਦੀ ਇਹ ਤਾਂ ਸੁਣਿਆ ਨਹੀਂ, ਕਿਉਂਕਿ ਆਤਮਾ ਨਹੀਂ ਹੈ। ਆਤਮਾ ਹੀ ਚਿੰਬੜਦਾ ਹੈ, ਠੀਕ ਆ। ਜਦੋਂ ਆਤਮਾ ਇੱਧਰ ਉੱਧਰ ਭਟਕੇਗੀ, ਆਰਾਮ ਨੂੰ ਲੱਭੇਗੀ, ਆਰਾਮ ਨੂੰ ਮਿਲੇਗਾ ਨਹੀਂ, ਤਾਂ ਕਹਿੰਦਾ ਫਿਰ ਕੀ ਕਰੇਗੀ ਉਹ? ਇਹ ਵੀ ਗੱਲ ਪ੍ਰਭੂ ਯਿਸੂ ਮਸੀਹ ਦੱਸ ਰਿਹਾ ਮੱਤੀ ਦੇ ਵਿੱਚ। ਕਹਿੰਦਾ ਉਹ ਵਾਪਸ ਆਏਗੀ, ਵਾਪਸ ਆ ਕੇ ਦੇਖੇਗੀ ਘਰ ਨੂੰ, ਵਾਹ ਸਾਫ ਸੁਥਰਾ ਵੀ ਝਾੜਿਆ ਸਵਾਰਿਆ ਹੋਇਆ ਹੈ। ਕਹਿਣ ਦਾ ਭਾਵ ਕੀ? ਵਚਨ ਦੀ ਕੋਈ ਗੱਲਬਾਤ ਨਹੀਂ ਹੈਗੀ, ਵਚਨ ਨਹੀਂ ਹੈਗਾ, ਪ੍ਰਾਰਥਨਾ ਨਹੀਂ ਹੈਗੀ, ਸੰਗਤ ਹੀ ਨਹੀਂ ਹੈਗੀ, ਖਾਲੀ ਆ ਬਿਲਕੁਲ। ਉਹ ਆਤਮਾ ਦੇਖੇਗੀ ਆ ਕੇ। ਜਦੋਂ ਖਾਲੀ ਦੇਖੇਗੀ ਤਾਂ ਫਿਰ ਆਪ ਨਹੀਂ ਕਬਜ਼ਾ ਕਰੇਗੀ। ਕੀ ਹੋਏਗਾ? ਉਹ ਵਾਪਸ ਜਾਏਗੀ, ਵਾਪਸ ਜਾ ਕੇ ਆਪ ਤੋਂ ਭੈੜੀਆਂ 7 ਆਤਮਾ ਨੂੰ ਨਾਲ ਲੈ ਕੇ ਆਉਂਗੀ। ਇਹ ਮੱਤੀ 12:43 ਚ ਲਿਖਿਆ, ਬਾਅਦ ਚੋਂ ਪੜ੍ਹਦੇ ਵਿੱਚ। ਕਿੰਨੇ ਲੈ ਕੇ ਆਉਂਗੀ? 7 ਨੂੰ। ਤੇ ਹੁਣ ਕਿੰਨੀਆਂ ਹੋ ਗਈਆਂ ਉਹ? 8। ਤੇ ਪਹਿਲਾਂ ਜਦੋਂ 8 ਬਣਨਗੀਆਂ ਉਸ ਚ ਬੰਦੇ ਚ ਕਿੱਦਾਂ ਦੀ ਦਸ਼ਾ ਹੋ ਜਾਊਗੀ ਉਹਦੀ? ਪਹਿਲਾਂ ਨਾਲੋਂ ਵੀ ਬਹੁਤ ਭੈੜੀ ਹੋ ਜਾਏਗੀ। ਇਸ ਕਰਕੇ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਬਚਨ ਸੁਣਾਉਣਾ ਚਾਹੁੰਦਾ ਸੀਗਾ।
ਕਿ ਬਚਨ ਦੇ ਅੰਦਰ ਬੈਠ ਜਾਵੇ, ਬਚਨ ਦੇ ਤਹਿ ਲੱਗ ਜਾਵੇ, ਤੇ ਫਿਰ ਜੇ ਦੁਸ਼ਟ ਆਤਮਾ ਆਉਣਗੀਆਂ ਨਾ ਤਾਂ ਫਿਰ ਚੀਕਾਂ ਮਾਰਦੀਆਂ ਆਪਣੇ ਆਪੇ ਵਾਪਸ ਚਲੇ ਜਾਣਗੀਆਂ। ਸਮਝ ਆਈ? ਆਪਾਂ ਕਿਉਂ ਕਹਿੰਦੇ ਬਾਰ-ਬਾਰ ਵੀ ਬਚਨ ਸੁਣਿਆ ਕਰੋ, ਬਚਨ ਸੁਣਿਆ ਕਰੋ? ਇਸੀ ਕਰਕੇ ਬਚਨ ਜ਼ਿਆਦਾ ਚਾਹੀਦਾ। ਕਲੋਸੀ ਦੇ ਪੱਤਰ 'ਚ ਲਿਖਿਆ 3:16 'ਚ ਕਹਿੰਦਾ ਜ਼ਿਆਦਾ ਤੋਂ ਜ਼ਿਆਦਾ ਮਸੀਹ ਦੇ ਵਚਨ ਨੂੰ ਆਪਣੇ ਅੰਦਰ ਭਰ ਲਓ, ਜ਼ਿਆਦਾ ਤੋਂ ਜ਼ਿਆਦਾ ਭਰ ਲਓ। ਹੁਣ ਜ਼ਿਆਦਾ ਕਿਉਂ ਭਰਨਾ ਹੈ? ਮੱਤੀ ਦੀ ਇੰਜੀਲ ਦੇ 12 ਅਧਿਆਇ ਉਹਦਾ 34 ਤੋਂ ਲੈ ਕੇ 36 ਤੱਕ ਲਿਖ ਲਿਓ। ਉੱਥੇ ਲਿਖਿਆ ਜੋ ਮਨੁੱਖ ਦੇ ਮਨ 'ਚ ਭਰਿਆ ਹੋਇਆ ਨਾ ਉਹੀ ਬਾਹਰ ਆਉਂਦਾ ਹੈ। ਜਿਹੜਾ ਭਰਿਆ ਹੋਇਆ ਉਹੀ ਬਾਹਰ। ਤੇ ਬਚਨ ਕਿੱਥੇ ਭਰਨਾ ਆਪਾਂ ਨੇ? ਮਨ ਦੇ ਵਿੱਚ। ਮਨ ਇੱਕ ਏਦਾਂ ਕੰਪਿਊਟਰ ਆ ਕਿ ਪਤਾ ਨਹੀਂ ਕਿਆ ਕਿਆ ਭਰ ਹੋ ਜਾਂਦਾ ਇਹ 'ਚ। ਪਤਾ ਨਾ? ਜੈਸੇ ਕਿੰਨੀ ਉਮਰ ਹੈ ਤੇਰੀ? 34 ਸਾਲ। ਜੇ ਕਹਿੰਦੇ ਭੈਣ ਨੂੰ ਪੁੱਛ ਲਿਓ ਤਾਂ ਸੁਣਾਉਣਾ ਮੁਸ਼ਕਲ ਹੋ ਜਾਂਦਾ। ਹਾਲੇਲੂਇਆ। 34 ਸਾਲ ਬਚਪਨ ਤੋਂ ਲੈ ਕੇ ਜਦ 4-5 ਸਾਲ ਦੇ ਸੀ, ਕੁਝ ਗੱਲਾਂ ਯਾਦ ਆ? 3 ਸਾਲ ਦਾ, 4 ਸਾਲ ਦਾ, ਠੀਕ ਹੈ, ਮੈਂ ਵੀ ਇਹੀ ਗੱਲ ਕਰਦਾ। ਸਾਰੀਆਂ ਗੱਲਾਂ ਯਾਦ ਨੇ। ਕਿੱਡੀ ਬੜੀ ਹਿਸਟਰੀ ਇੱਥੇ ਫਿੱਟ ਹੋਈ ਹੋਈ ਹੈ ਆ 150 ਗ੍ਰਾਮ ਦੇ ਵਿੱਚ ਪੁਰਜੇ 'ਚ, ਨਹੀਂ? ਤੇ ਇਹਦੇ 'ਚ 100 ਸਾਲ ਦੀ ਮੈਮਰੀ ਹੋਰ ਫਿੱਟ ਹੋ ਸਕਦੀ ਹੈ। ਬਾਈਬਲਾਂ ਕਈ ਫਿੱਟ ਹੋ ਸਕਦੀ ਹੈ, ਰਿਕਾਰਡ ਹੋ ਸਕਦੇ ਇਹਦੇ ਵਿੱਚ, ਨਹੀਂ? ਇਸ ਕਰਕੇ ਪ੍ਰਭੂ ਕਹਿੰਦਾ ਇਹਨੂੰ ਬਚਨ ਨੂੰ ਭਰ ਲਓ, ਭਰ ਲਓ, ਭਰ ਲਓ, ਭਰ ਲਓ। ਜਦੋਂ ਤੁਹਾਨੂੰ ਜ਼ਰੂਰਤ ਪਵੇ ਤਾਂ ਕੀ ਨਿਕਲੇ ਤੁਹਾਡੇ ਮੂੰਹ ਚੋਂ? ਬਚਨ ਨਿਕਲੇ। ਕਹਿੰਦਾ ਭਲੇ ਭੰਡਾਰ ਚੋਂ, ਮਨ ਦੇ ਭਲੇ ਭੰਡਾਰ ਚੋਂ ਭਲੀਆਂ ਗੱਲਾਂ। ਜਿਹੜਾ ਬੁਰਾ ਮਨੁੱਖ ਆ ਉਹਦੇ ਬੁਰੇ ਭੰਡਾਰ ਚੋਂ, ਮਨ ਦੇ ਬੁਰੇ ਭੰਡਾਰ ਚੋਂ ਬੁਰੀਆਂ ਗੱਲਾਂ। ਅੱਜ ਮੈਂ ਆਨੰਦ ਦੱਸ ਰਿਹਾ ਸੀਗਾ, ਮੈਂ ਉਹਨੂੰ ਕਈ ਭੈਣਾਂ ਦੀ ਉੱਥੇ ਮੈਂ ਉਹਨੂੰ ਪੁੱਛਿਆ, ਮੈਂ ਜਦ ਤੁਸੀਂ ਦੂਜੇ ਨਾਲ ਮਿਲਦੇ ਹੋ ਤੇ ਇੱਕ ਵਿਸ਼ਵਾਸੀ ਨਾਲ ਮਿਲਦੇ ਹੋ, ਕੁਛ ਫਰਕ ਲੱਗਦਾ ਹੈ? ਅੱਛਾ, ਮੈਂ ਸ਼ਾਇਦ ਕਿਸੇ ਗੱਲ ਦੇ ਉੱਪਰ ਗੱਲ ਸਿਰ ਮਾਰ ਰਿਹਾ ਤੇ ਮੈਂ ਫਰਕ ਲੱਗਦਾ? ਕਹਿੰਦੀ ਹਾਂਜੀ ਲੱਗਦਾ ਹੈ। ਮੈਂ ਕੀ ਫਰਕ ਲੱਗਦਾ? ਕਹਿੰਦਾ ਜਦ ਇੱਧਰ ਮਿਲਦੇ ਆ ਵਿਸ਼ਵਾਸੀ ਨਾਲ ਬੜੀ ਸ਼ਾਂਤੀ ਜੀ ਮਿਲਦੀ ਹੈ, ਹਨਾ, ਬੜੀ ਹੌਸਲੇ ਜਿਹੜੇ ਗੱਲਾਂ ਜੀ ਮਿਲਦੀ ਹੈ, ਖੁਸ਼ੀ ਜੀ ਮਿਲਦੀ ਹੈ। ਉੱਧਰ ਕਹਿੰਦੇ ਮਿਲਣ ਦਿਲ ਹੀ ਨਹੀਂ ਕਰਦਾ। ਕਹਿੰਦੀ ਹੁਣ ਮੈਂ ਪਹਿਲਾਂ ਕਰਦਾ ਹੁੰਦਾ ਸੀ, ਪਹਿਲਾਂ ਭੱਜ ਕੇ ਜਾਂਦੇ ਹੁੰਦੇ ਸੀ ਮਿਲਣ ਵਾਸਤੇ। ਠੀਕ ਹੈ, ਹੁਣ ਥੋੜਾ ਵਚਨ ਆ ਗਿਆ ਉਹਦੇ ਅੰਦਰ, ਹੁਣ ਵਚਨ ਆ ਗਿਆ, ਥੋੜਾ ਜੀਵਨ ਬਦਲਿਆ ਹੈ। ਹੁਣ ਕਹਿੰਦੇ ਸਾਡੀ ਸੰਗਤ ਦੀ ਗੱਲ ਉਹਨਾਂ ਦਾ ਦਿਲ ਨਹੀਂ ਕਰਦਾ ਕਿ ਉਹਨਾਂ ਦੀ ਗੱਲਾਂ ਦੂਜੀਆਂ ਨੇ। ਹੁਣ ਉਹਨਾਂ ਦੀ ਗੱਲਾਂ ਦੂਜੇ ਕਿਉਂ ਆ? ਜਿਹੜਾ ਕੁਝ ਭਰਿਆ ਹੋਇਆ ਉਹੀ ਬਾਹਰ ਆਉਣਾ ਹੈ। ਇਸ ਕਰਕੇ ਵਚਨ ਚ ਪ੍ਰਭੂ ਯਿਸੂ ਨੇ ਕਿਹਾ ਮੇਰੇ ਵਚਨ ਸੁਣੋ। ਮਰਕਸ ਦੀ ਇੰਜੀਲ ਦੇ ਵਿੱਚ ਉਹਦਾ 4 ਅਧਿਆਏ ਉਹਦਾ 24 ਵਚਨ ਪੜਿਓ ਫਟਾਫਟ ਜਰਾ। उसने उनसे कहा, फिर यीशु ने उन्होंने कहा चौकस रहो कि क्या सुनते हो? जिस नाप से तुम नापते हो, हाँ जी, उसी से तुम्हारे लिए भी नापा जेड़े नाप नाल तुसी नापदे हो उसी नाप नाल तुहाडे वास्ते नापिया जाएगा और तुमको अधिक दिया जाएगा। हाँ जी, जेड़े नाप नाल हुण नापण वाली गल लूका 6:38 ਦੇ ਵਿੱਚ ਵੀ ਲਿਖੀ ਹੋਈ ਆ, पर वो कुछ होर लिखा होया, वो देण वाले लिखा गया, वो भेंट दशवान देण दी गल करी गई है। उत्थे कहा दिया करो, दशवान दिया करो, भेंट दिया करो, तुहानूं भी दिता जाएगा। वो एक अलग आ, उत्थे भी यही गल लिखी है, जिस नाप नाल तुसीं नापदे हो उही नाप तुहाडे वास्ते वरतिया जाएगा। पर हुण नाप वाली गल इत्थे भी आ, पर इत्थे पहला प्रभु की कहंदा वचन च की लिखिया है? ध्यान नाल देखो कि क्या सुनते हो, किद्दां सुनते हो, और की सुनते हो, किद्दां सुनते हो। चौकसी करो, है ना, चौकसी करो। बचन सुनने वास्ते भी सानूं चौकसी करने की जरूरत आ।
ਸ਼ੈਤਾਨ ਬਹੁਤ ਚਲਾਕ ਆ, ਕਿਸੇ ਨਿਆਣੇ ਦਾ ਕੰਨ ਮਰੋੜੂਗਾ, ਕੁਛ ਕਰੂਗਾ, ਕਦੇ ਕੁਛ ਕਰੂਗਾ, ਕਦੇ ਕੁਛ ਕਰੂਗਾ। ਉਹਨੇ ਕਰਨਾ ਹੀ ਆ ਤਾਂ ਕਿ ਤੁਹਾਡੇ ਤੱਕ ਵਚਨ ਨਾ ਪਹੁੰਚੇ। ਉਹਨੂੰ ਹੋਰ ਕਿਸੇ ਚੀਜ਼ ਦਾ ਦੁੱਖ ਨਹੀਂ ਹੈਗਾ। ਇੱਥੇ ਗੀਤ ਜਿੰਨੇ ਮਰਜ਼ੀ ਗਾਓ, ਕੋਈ ਗੱਲ ਨਹੀਂ, ਖੁਸ਼ ਹੋ। ਪਰ ਜਦੋਂ ਵਚਨ ਦੀ ਗੱਲ ਹੋਣੀ ਆ, ਉਹਦੇ ਉਹਨੇ ਕੁਛ ਨਾ ਕੁਛ ਕਰਨ ਦੀ ਕੋਸ਼ਿਸ਼, ਤੁਹਾਨੂੰ ਕੁਝ ਨਾ ਕੁਛ ਯਾਦ ਕਰਾਉਣ ਦੀ ਕੋਸ਼ਿਸ਼ ਕਰਨੀ ਵੀ ਘਰੇ ਤੁਹਾਡਾ ਆਹ ਰਹਿ ਗਿਆ ਸੀ, ਕਦੇ ਆਹ ਰਹਿ ਗਿਆ ਸੀ, ਉਹ ਰਹਿ ਗਿਆ ਸੀ। ਤੁਹਾਨੂੰ ਘਰ ਲੈ ਕੇ ਜਾਣਾ ਉਹਨੇ। ਕਿੱਦਾਂ ਲੈ ਕੇ ਜਾਣਾ? ਤਾਂ ਇੱਥੇ ਹੋਊਗਾ ਤੇ ਮਨ ਤੇ ਨਿਰਗਮਨ ਦੇ ਵਿੱਚ ਜਿਹੜਾ 15-26 ਚ ਆਪਾਂ ਪੜਿਆ ਸੀਗਾ, ਕਹਿੰਦਾ ਜੇ ਤੁਸੀਂ ਪਰਮੇਸ਼ਰ ਦੇ ਮਨ ਨੂੰ ਕਿੱਦਾਂ ਸੁਣੋ, ਤਨ ਔਰ ਮਨ ਸੇ, ਤਨ ਔਰ ਮਨ ਦੇ ਨਾਲ, ਤਾਂ ਕੋਈ ਰੋਗ ਤੁਹਾਡੇ ਉੱਤੇ ਨਹੀਂ ਆਏਗਾ, ਕਿਉਂਕਿ ਮੈਂ ਤੁਹਾਡਾ ਚੰਗਾ ਕਰਨ ਵਾਲਾ ਪਰਮੇਸ਼ਰ। ਹਾਲੇਲੂਇਆ। ਸਮਝ ਆਈ? ਤਾਂ ਹੋਏਗਾ ਏਦਾਂ, ਨਹੀਂ ਤਾਂ ਹੋ ਨਹੀਂ ਸਕਦਾ। ਤਨ ਔਰ ਮਨ, ਇੱਥੇ ਤਨ ਔਰ ਮਨ ਦੋਨੇ ਹੋਣੇ ਚਾਹੀਦੇ। ਫਿਰ ਵਚਨ ਸੁਣੋਗੇ ਤੁਸੀਂ, ਫਿਰ ਉਹ ਵਚਨ ਤੁਹਾਡੇ ਮਨ ਵਿੱਚ, ਤਨ ਔਰ ਮਨ। ਤੇ ਜੇ ਤਨ ਤੇ ਇੱਥੇ ਬੈਠਾ ਹੈ, ਮਨ ਚਲੇ ਗਿਆ, ਤੇ ਵਚਨ ਕਿੱਥੇ ਚਾਹੀਦਾ ਹੈ? ਵਚਨ ਕਿੱਥੇ ਹੋਣਾ ਚਾਹੀਦਾ? ਮਨ ਦੇ ਵਿੱਚ। ਪ੍ਰਭੂ ਯਿਸੂ ਨੇ ਬਾਰ-ਬਾਰ ਕੀ ਕਿਹਾ? ਤੁਸੀਂ ਕਿੱਦਾਂ ਪਿਆਰ ਕਰੋ ਪ੍ਰਭੂ ਨੂੰ? ਕਿੱਦਾਂ ਪਿਆਰ ਕਰੋ? ਨਹੀਂ, ਪੜੋ ਫਿਰ ਵਚਨ ਚ। ਮੱਤੀ ਦੀ ਇੰਜੀਲ ਉਹਦਾ 22 ਅਧਿਆਇ, ਉਹਦਾ 37 ਵਚਨ ਪੜੋ ਫਟਾਫਟ ਜਰਾ। ਰੀਬਾ ਖੂਰੇ ਅੱਲਾ ਰਬਾ शिक्षण शानदार रवा शुक्र रवा। उसने उनसे कहा, हाँ, तो अपने परमेश्वर अपने प्रभु से अपने सारे मन और अपने सारे बस की लिखा है? सारा की कादे नाल? मन नाल। पहला नंबर है ना, पहला नंबर मन। तू कितना प्यार कर? अपने सारे, अद्धे मन नाल नहीं। हाँ, भी अद्धे मन जाके होर भी प्यार कर लांगे। अद्धा मन यीशु उसी वाल लाते हैं। ऐसा नहीं कहा सारा मन कितने लाना है। हुण अज बहुत सारे लोग आए नहीं, क्या गल हो गई है कि प्रभु ते मन लगाया उन्होंने, किसी होर गल ते मन लग गया है नहीं। तू अपने सारे मन दे नाल की कर, की कर, बोलो क्या कर? प्रभु नू प्यार कर। यही कहा है ना, प्रभु नू प्यार कर। ते कितनी आज्ञा है? कितनी आज्ञा है? मुख्य आज्ञा है, पहली आज्ञा है। दुनिया की फर्स्ट आज्ञा, पहली आज्ञा यह आ कि तू अपने परमेश्वर नू अपने सारे मन दे नाल प्यार कर। दूसरा नंबर परिवार दा हो गया, तीसरा नंबर संसार दा हो गया, कलीसिया दा हो गया, वो अलग हो गए। पर पहला नंबर किहदा है? परमेश्वर। दूसरा किहदा है? परिवार दा। तीसरा फिर कलीसिया हो गया, चौथा नंबर आ गया। इधर चलता कि सिस्टम, समझ आई? मन की गल कर रहे आप। मन च वचन पढ़ो, मन च प्रभु दा क्या पढ़ो? अरे प्यार पढ़ो। प्यार भी पढ़ो। प्रभु ने की कहा वचन च? जिहड़ा मैनू प्यार करता है वो कितों साबित होएगा? यूहन्ना दी इंजील 14 दी की पढ़े जरा फड़ा जरा। रीबा खूरी अल्लाह रबा शिंदर रबा। शाबाश जल्दी। जिसके पास मेरी आज्ञाएं हैं, जिहदे कोल मेरी आज्ञा है और वह उन्हें मानता है, वो उन्हां नू मनदा है, वही मुझसे प्रेम रखता है। हाँ जी, हाँ। और जो मुझसे प्रेम रखता है, हाँ, उससे मेरा पिता प्रेम रखेगा। हाँ जी, और मैं उससे प्रेम रखूंगा, हाँ, और अपने आप को उस पर प्रकट कर दवांगा।
समझ आई की कहना परमेश्वर दा वचन? ਜਿਹੜਾ ਮੇਰੀ ਆਗਿਆ ਨੂੰ ਮੰਨਦਾ ਏ ਉਹ ਮੈਨੂੰ क्या करदा है? प्यार। आज्ञा की आ? आज्ञा परमेश्वर दा वचन है। हालेलुया। जे तुसी परमेश्वर दे वचन ਨੂੰ पूरा ਕਰਦੇ हो ਤਾਂ ਤੁਸੀਂ ਪ੍ਰਭੂ ਦੀ ਆਗਿਆ ਮੰਨ ਰਹੇ ਹੋ, ਹੈ ਜਾਂ ਨਹੀਂ? ਇਸ ਕਰਕੇ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਵਚਨ ਸੁਣਾਉਣਾ ਚਾਹੁੰਦਾ ਸੀ ਕਿ ਇਹ ਲੋਕ ਵਚਨ ਸੁਣਨ, ਫਿਰ ਮੈਂ ਇਹਨਾਂ ਨੂੰ ਚੰਗਾ ਕਰਾਂ ਤੇ ਇਹ ਚੰਗੇ ਹੋ ਕੇ ਆਪਣੇ ਆਪਣੇ ਘਰਾਂ ਚਲੇ ਜਾਣ। ਤਾਂ ਉਹਨੇ ਪਤਰਸ ਨੂੰ ਕਿਹਾ ਕਿ ਥੋੜੇ ਜਿਹੇ ਨੂੰ ਕਿਸ਼ਤੀ ਨੂੰ ਪਾਣੀ 'ਚ ਲੈ ਲੈ। ਜਦੋਂ ਕੰਮ ਹੋ ਗਿਆ, ਪਤਰਸ ਸਾਰੀ ਰਾਤ ਉਹਨਾਂ ਨੇ ਕੁਛ ਨਹੀਂ ਫੜਿਆ। ਉਹ ਆਪਣੇ ਜਾਲ ਧੋ ਰਹੇ ਸੀਗੇ, ਪਰੇਸ਼ਾਨ ਸੀਗੇ, ਥੱਕੇ ਹੋਏ ਸੀਗੇ, ਅਣਿੰਦੇ ਸੀਗੇ। ਤੈਨੂੰ ਪਤਾ ਜਦੋਂ ਕੁਛ ਨਾ ਮਿਲੇ ਅੱਗੇ ਤੋਂ ਤਾਂ ਪਰੇਸ਼ਾਨੀ ਹੋਰ ਵੱਧ ਜਾਂਦੀ ਹੈ। ਜੇ ਸਾਰਾ ਦਿਨ ਬੰਦਾ ਕੰਮ ਕਰੇ ਵੀ ਸ਼ਾਮ ਨੂੰ ਪੈਸੇ ਮਿਲ ਜਾਣੇ ਆ ਤੇ ਸ਼ਾਮ ਨੂੰ ਜੇ ਪੈਸੇ ਨਾ ਮਿਲੇ ਤਾਂ ਥਕਾਵਟ ਜਿਹੜੀ ਜ਼ਿਆਦਾ ਹੋ ਜਾਂਦੀ ਹੈ। ਪਰ ਜਦੋਂ ਪੈਸੇ ਮਿਲ ਜਾਣ ਤਾਂ ਉਹ ਥਕਾਵਟ ਉਤਰ ਜਾਂਦੀ ਹੈ ਜਾਂ ਨਹੀਂ? ਪਰ ਉਹਨਾਂ ਸਾਰੀ ਰਾਤ ਮਿਹਨਤ ਕੀਤੀ ਤੇ ਇੱਕ ਵੀ ਮੱਛੀ ਨਹੀਂ ਫੜੀ ਸੀ। ਜਾਲ ਧੋ ਰਹੇ ਸੀ ਹੁਣ ਘਰ ਨੂੰ ਜਾਣ ਵਾਸਤੇ। ਇੰਨੇ ਚ ਪ੍ਰਭੂ ਯਿਸੂ ਮਸੀਹ ਚਲੇ ਗਏ। ਉਹਨੇ ਕਿਹਾ ਥੋੜਾ ਜਿਹਾ ਪਾਣੀ ਚ ਲੈ ਲਓ। ਪਤਰਸ ਨੇ ਇਹ ਨਹੀਂ ਕਿਹਾ ਵੀ ਪ੍ਰਭੂ ਜੀ ਇੱਕ ਜਾਲ ਰਹਿ ਗਿਆ ਬਸ ਮੈਂ ਉਹਨੂੰ ਧੋ ਲਵਾਂ, ਤੇ ਉਸ ਤੋਂ ਪਹਿਲਾਂ ਨਹੀਂ ਕਿਹਾ। ਕੀ ਕਰ ਰਹੇ ਸੀ ਉਹ? ਕਿਆ ਵਿਹਲੇ ਬੈਠੇ ਸੀ ਉਹ? ਕੀ ਕਰ ਰਹੇ ਸੀਗੇ? ਜਾਲ ਧੋ ਰਹੇ ਸੀ। ਲਿਖਿਆ ਹੋਇਆ ਜਾਲ ਧੋ ਰਹੇ ਸੀ ਉਹ। ਜਾਲ ਪਤਾ ਕੀ ਧੋਣੇ ਪੈਂਦੇ ਆ? ਆੜ ਕਵਾੜ ਫਸ ਜਾਂਦਾ ਉਹਨਾਂ ਚ ਬਹੁਤ ਜ਼ਿਆਦਾ। ਉਹਨਾਂ ਚ ਘਾਹ ਫੂਸ ਬਹੁਤ ਫਸ ਜਾਂਦਾ ਹੈ। ਉਹ ਘਾਹ ਫੂਸ ਕੱਢ ਕੇ ਜਾਲ ਸਾਫ਼ ਕਰਕੇ ਲੈ ਕੇ ਚੱਲੇ ਸੀ ਆਪਣੇ ਘਰ ਨੂੰ, ਤਾਂ ਕਿ ਸ਼ਾਮ ਨੂੰ ਆ ਕੇ ਇਹਨਾਂ ਨੂੰ ਫਿਰ ਵਰਤਾਂਗੇ ਕਿਸੇ ਹੋਰ ਪਾਸੇ। ਇੱਥੇ ਤਾਂ ਮੱਛੀ ਹੈ ਨਹੀਂ, ਹੁਣ ਕਿਤੇ ਹੋਰ ਪਾਸੇ ਚੱਲਾਂਗੇ। ਉਹਨੇ ਨਹੀਂ ਕਿਹਾ ਪ੍ਰਭੂ ਜੀ ਮੈਂ ਇੱਕ ਵਾਰ ਜਾਲ ਲੈ ਗਿਆ, ਬਸ ਇੱਕ ਜਾਲ ਧੋ ਲਵਾਂ ਉਸ ਤੋਂ ਬਾਅਦ ਮੈਂ ਵਿਹਲਾ। ਨਹੀਂ, ਉਹਨੇ ਉਸੇ ਸਮੇਂ ਹੁਕਮ ਦੀ ਪਾਲਣਾ ਕੀਤੀ। ਅਸੀਂ ਕਈ ਵਾਰ ਮਾਰ ਕਿਉਂ ਖਾ ਜਾਂਦੇ ਆ? ਅਸੀਂ ਬਹਾਨੇ ਕਰਨੇ ਸ਼ੁਰੂ ਕਰ ਦਿੰਦੇ ਪ੍ਰਭੂ ਦੇ ਸਾਹਮਣੇ ਵੀ ਨਹੀਂ ਪ੍ਰਭੂ ਜੀ ਬੜੇ ਮੁਸ਼ਕਲ ਆ ਜੀ, ਆਣਾ ਬੜਾ ਔਖਾ, ਆ ਕਰਨਾ ਬੜਾ ਔਖਾ। ਆਪਾਂ ਨੇ ਬਹੁਤ ਸਾਰੇ ਬਹਾਨੇ ਲਾ ਦਿੰਦੇ ਆ। ਜਿਹੜਾ ਆਪਾਂ ਬਹਾਨੇਬਾਜ਼ੀ 'ਚ ਫਸ ਜਾਂਦੇ ਨਾ, ਫਿਰ ਸ਼ੈਤਾਨ ਵਾਸਤੇ ਆਪਾਂ ਖੁੱਲਾ ਸੱਦਾ ਦੇ ਦਿੰਦੇ ਆ, ਗੇਟ ਖੋਲ ਦਿੰਦੇ ਆ। ਪਤਰਸ ਬਹਾਨਾ ਲਾ ਸਕਦਾ ਸੀ ਪਰ ਨਹੀਂ ਲਾਇਆ। ਉसी समय ਉਹਨੇ ਹੁਕਮ ਦੀ ਪਾਲਣਾ ਕੀਤੀ। ਉसी समय ਜਦ ਹੁਕਮ ਦੀ ਪਾਲਣਾ ਕੀਤੀ, ਪ੍ਰਭੂ ਨੇ ਆਪਣਾ ਕੰਮ ਕਰਿਆ ਜੋ ਵੀ ਕਰਨਾ ਸੀ ਪ੍ਰਚਾਰ ਦਾ। ਕਰਨ ਤੋਂ ਬਾਅਦ ਪਤਰਸ ਨੂੰ ਇਹ ਨਹੀਂ ਕਿਹਾ ਵੀ ਬਾਏ ਬਾਏ, ਚੰਗਾ ਪਤਰ ਤੁਸੀਂ ਆਪਣੇ ਘਰ ਨੂੰ ਜਾਓ ਤੇ ਮੈਂ ਆਪਣੇ ਘਰ ਨੂੰ ਜਾਂਦਾ। ਨਹੀਂ, ਪ੍ਰਭੂ ਨੂੰ ਫਿਕਰ ਸੀਗਾ। ਪ੍ਰਭੂ ਨੂੰ ਪਤਾ ਸੀ ਨੇ ਮੇਰੇ ਹੁਕਮ ਦੀ ਪਾਲਣਾ ਕੀਤੀ ਆ, ਮੇਰੀ ਗੱਲ ਨੂੰ ਮੰਨਿਆ, ਇਸ ਕਰਕੇ ਮੈਂ ਹੁਣ ਇਹਨੂੰ ਏਦਾਂ ਨਹੀਂ ਜਾਣ ਦਵਾਂਗਾ, ਏਦਾਂ ਨਹੀਂ ਜਾਣ ਦੂੰਗਾ। ਹੁਣ ਕਹਿੰਦਾ ਇਹਨੂੰ ਥੋੜਾ ਗਹਿਰੇ ਵਿੱਚ ਲੈ ਕੇ ਚੱਲ। ਹੁਣ ਪਤਰਸ ਸੋਚਦਾ ਹੋਣਾ ਵੀ ਸ਼ਾਇਦ ਪ੍ਰਭੂ ਘੁੰਮਣ ਜਾ ਰਿਹਾ ਹੈ ਗਹਿਰਾਈ ਦੇ ਵਿੱਚ, ਕਿ ਨਹੀਂ? ਕਿਉਂ? ਕਿਉਂਕਿ ਪਤਰਸ ਨੂੰ ਪਤਾ ਸੀ ਕਿ ਪ੍ਰਭੂ ਯਿਸੂ ਮਸੀਹ ਮਸ਼ਵਰਾ ਨਹੀਂ ਹੈਗਾ। ਪ੍ਰਭੂ ਯਿਸੂ ਮਸੀਹ ਲੱਕੜ ਦਾ ਕੰਮ ਕਰਦਾ ਸੀ, ਕਾਰਪੈਂਟਰ ਲੱਕੜ ਦਾ ਕੰਮ ਕਰਦਾ ਸੀ। ਜਿੰਨਾ ਚਿਰ ਰਿਹਾ ਉਹਨੇ ਲੱਕੜ ਦਾ ਕੰਮ ਕੀਤਾ। ਹਾਲੇਲੂਇਆ, ਠੀਕ ਹੈ। ਤੇ ਮੱਛੀ ਸੀ ਉਹ। ਮੱਛੀ ਫੜਨ ਦਾ ਕੋਈ ਤਜਰਬਾ ਨਹੀਂ ਸੀ ਉਹਨੂੰ, ਕੁਛ ਨਹੀਂ ਪਤਾ ਮੱਛੀ ਕਿੱਥੇ ਹੁੰਦੀ ਕਿੱਦਾਂ ਹੁੰਦੀ ਆ। ਪਰ ਨਾ ਪਤਰਸ ਸੀਗਾ, ਯਕੂਬ, ਯਹੂਨਾ, ਤਿੰਨ ਸੀਗੇ ਜਿਹੜੇ ਮੇਨ ਬੰਦੇ। ਉਹ ਤਿੰਨੇ ਬਜ਼ੁਰਗ ਸੀ ਔਰ ਯਿਸੂ ਤੋਂ ਡਬਲ ਉਮਰ ਦੇ ਸੀਗੇ ਉਹ। ਯਿਸੂ ਦੀ ਉਮਰ ਉਸ ਸਮੇਂ 31-32 ਹੋਣੀ ਆ ਤੇ ਉਹਨਾਂ ਦੀ ਉਮਰ 60-65 ਤੋਂ ਉੱਤੇ ਸੀ। ਠੀਕ ਹੈ ਜੀ, ਬਜ਼ੁਰਗ ਸੀ ਉਹ। ਤਾਂ ਉਹ ਬਜ਼ੁਰਗ ਸ਼ੁਰੂ ਤੋਂ ਲੈ ਕੇ ਬਜ਼ੁਰਗੀ ਤੱਕ ਉਹ ਮੱਛੀਆਂ ਫੜਦੇ ਆ। ਇਹਦਾ ਮਤਲਬ ਉਹਨਾਂ ਦਾ ਬਹੁਤ ਜ਼ਿਆਦਾ ਤਜਰਬਾ ਸੀ
ਬਹੁਤ ਜ਼ਿਆਦਾ ਉਹਨਾਂ ਨੂੰ ਪਤਾ ਸੀਗਾ ਕਿ ਮੱਛੀ ਕਿੱਦਾਂ ਫੜਨੀ ਚਾਹੀਦੀ, ਕਿੱਥੇ ਹੁੰਦੀ ਆ। ਪਰ ਪ੍ਰਭੂ ਕੀ ਕਹਿੰਦਾ ਉਹਨੂੰ? ਗਹਿਰਾਈ 'ਚ ਲੈ ਜਾ। ਜਦ ਗਹਿਰਾਈ 'ਚ ਲੈ ਗਿਆ ਤੇ ਉੱਥੇ ਜਦੋਂ ਪ੍ਰਭੂ ਨੇ ਕਿਹਾ ਪਤਰਸ ਜਾਲ ਸੱਟੋ ਮੱਛੀ ਵੱਲ, ਉਹ ਹੈਰਾਨ ਹੋ ਗਿਆ ਵੀ ਜਾਲ ਸੱਟੋ। ਤੇ ਕੀ ਕਹਿੰਦਾ ਅੱਗੇ ਤੋਂ? ਪ੍ਰਭੂ ਜੀ ਸਾਰੀ ਰਾਤ ਮਿਹਨਤ ਕੀਤੀ ਇਸੀ ਜਗ੍ਹਾ ਤੇ, ਇੱਕ ਵੀ ਮੱਛੀ ਨਹੀਂ। ਪਰ ਮੈਂ ਹੁਣ ਕੀ ਕਰਾਂਗਾ? ਤੇਰੇ ਕਹਿਣ ਤੋਂ ਜਾਲ ਪਾ। ਉਹਦਾ ਕਹਿਣ ਦਾ ਮਤਲਬ ਇਹ ਸੀ ਕਿ ਪ੍ਰਭੂ ਜੀ ਮੱਛੀ ਨਹੀਂ ਇੱਥੇ ਹੈਗੀ, ਸਾਰੀ ਰਾਤ ਵਿੱਚ ਇੱਕ ਮੱਛੀ ਵੀ ਨਹੀਂ ਆਈ। ਜੇ ਹੁੰਦੀ ਤਾਂ ਸਾਡੇ ਤੋਂ ਤਾਂ ਫੜੀ ਜਾਂਦੀ, ਪਰ ਫਿਰ ਵੀ ਮੈਂ ਤੇਰੇ ਕਹਿਣ ਤੋਂ ਜਾਲ ਪਾਉਂਦਾ। ਮੈਨੂੰ ਪਤਾ ਮੱਛੀ ਨਹੀਂ ਹੈਗੀ, ਪਰ ਮੈਂ ਤੇਰੇ ਕਹਿਣ ਤੋਂ ਜਾਲ ਪਾਉਂਦਾ। ਮੈਨੂੰ ਪਤਾ ਨਹੀਂ ਹੈਗੀ, ਪਰ ਮੈਂ ਤੇਰੀ ਆਗਿਆ ਨੂੰ ਪੂਰਾ ਕਰ। ਹਾਲੇਲੂਇਆ। ਤੇਰਾ ਹੁਕਮ ਪੂਰਾ ਕਰ ਰਿਹਾ ਮੈਂ। ਜਦੋਂ ਉਹਨੇ ਪ੍ਰਭੂ ਦਾ ਹੁਕਮ ਪੂਰਾ ਕੀਤਾ, ਪਤਰਸ ਨੂੰ ਇਹ ਨਹੀਂ ਸੀ ਪਤਾ ਕਿ ਸਾਰੀ ਰਾਤ ਜਿਹੜੀ ਤੂੰ ਮਿਹਨਤ ਕੀਤੀ ਆ ਪਤਰਸ, ਤੂੰ ਯਿਸੂ ਤੋਂ ਬਿਨਾਂ ਕੀਤੀ ਹੈ। ਹਾਲੇਲੂਇਆ। ਯਿਸੂ ਤੇਰੀ ਕਿਸ਼ਤੀ ਦੇ ਵਿੱਚ ਨਹੀਂ ਸੀਗਾ। ਅੱਜ ਹੀ ਬਹੁਤ ਸਾਰੇ ਲੋਕ ਕਹਿੰਦੇ ਵੀ ਅਸੀਂ ਉੱਥੇ ਵੀ ਗਏ, ਉਹ ਵੀ ਗਏ, ਆਹ ਵੀ ਕਰਿਆ, ਆਹ ਵੀ ਕਰਿਆ, ਪਰ ਯਿਸੂ ਨੂੰ ਨਾਲ ਲੈ ਕੇ ਨਹੀਂ ਗਏ ਹੈਗੇ। ਜਦੋਂ ਯਿਸੂ ਨੂੰ ਨਾਲ ਲੈ ਕੇ ਜਾਣਗੇ, ਸਾਰੇ ਕੰਮ ਆਪਣੇ ਆਪ ਹੀ ਲਾਈਨ ਤੇ ਆ ਜਾਣਗੇ। ਕਿ ਨਹੀਂ? ਆ ਜਾਣਾ। ਬਿਲਕੁਲ ਏਦਾਂ ਹੁੰਦਾ ਹੈ। ਤੇ ਅੱਜ ਉਹਨਾਂ ਦੀ ਕਿਸ਼ਤੀ ਦੇ ਵਿੱਚ ਕੌਣ ਸੀ? ਅੱਜ ਪ੍ਰਭੂ ਯਿਸੂ ਮਸੀਹ ਸੀ। ਜਦੋਂ ਉਹਨਾਂ ਜਾਲ ਸਿੱਟੇ, ਇੰਨੀਆਂ ਮੱਛੀਆਂ ਲਿਆਏ ਉਹ ਕਿ ਉਹਨਾਂ ਦੇ ਜਾਲ ਫਟਣ ਲੱਗੇ। ਤੁਸੀਂ ਇਹ ਦੇਖੋ ਵੀ ਸਾਰੀ ਰਾਤ ਜਾਲ ਸਿੱਟਦੇ ਗਏ, ਕੁਛ ਨਹੀਂ ਹੋਇਆ। ਪਰ ਇੱਕ ਵਾਰ ਜਾਲ ਸਿੱਟਣ ਦੇ ਨਾਲ ਹੀ ਇੰਨੀਆਂ ਮੱਛੀਆਂ ਜਾਲ ਦੇ ਵਿੱਚ ਆ ਗਈਆਂ, ਉਹ ਵੀ ਗਹਿਰੇ ਪਾਣੀ ਦੇ ਵਿੱਚ, ਉਹ ਵੀ ਦਿਨ ਦੇ ਵਿੱਚ। ਸ਼ਿਕਾਰ ਮੱਛੀ ਰਾਤ ਨੂੰ ਹੀ ਕਰਦੇ, ਦਿਨ 'ਚ ਨਹੀਂ ਕਰਦੇ। ਦਿਨ 'ਚ ਨਹੀਂ ਹੁੰਦਾ ਹੈਗਾ, ਫਿਰ ਗਹਿਰਾਈ 'ਚ ਨਹੀਂ ਹੁੰਦਾ ਹੈਗਾ। ਇੱਧਰ ਬਹੁਤ ਸਾਰੇ ਕਾਰਨ ਸੀਗੇ, ਉਹ ਸਾਰੇ ਕਾਰਨਾਂ ਨੂੰ ਫੇਲ ਕਰ ਦਿੱਤਾ ਪ੍ਰਭੂ ਨੇ। ਇੰਨੀਆਂ ਮੱਛੀਆਂ ਆ ਗਈਆਂ ਕਿ ਜਾਲ ਫਟਣ ਲੱਗ ਗਏ ਤੇ ਉਹਨਾਂ ਨੇ ਆਪਣੀ ਇੱਕ ਕਿਸ਼ਤੀ ਭਰ ਲਈ। ਤੇ ਸਮਾਨ ਬਹੁਤ ਜ਼ਿਆਦਾ ਸੀਗਾ। ਉਹਨੇ ਦੂਸਰਿਆਂ ਨੂੰ ਵੀ ਬੁਲਾ ਲਿਆ। ਦੋਨੇ ਕਿਸ਼ਤੀਆਂ ਇੱਥੇ ਤੱਕ ਭਰ ਲਈਆਂ, ਬੱਚੇ 'ਚ ਲਿਖਿਆ ਇੱਥੇ ਤੱਕ ਭਰ ਲਈਆਂ ਕਿ ਉਹ ਡੁੱਬਣ ਲੱਗ ਪਈਆਂ। ਫਿਰ ਪਤਰਸ ਉਹਨਾਂ ਨੇ ਪ੍ਰਭੂ ਨੂੰ ਪਹਿਚਾਣਿਆ ਤੇ ਇੰਨੇ ਪਰੇਸ਼ਾਨ ਹੋਏ ਕਿ ਪ੍ਰਭੂ ਜੀ ਹੁਣ ਤੂੰ ਸਾਡੇ ਕੋਲੋਂ ਚਲੇ ਜਾ, ਅਸੀਂ ਤਾਂ ਪਾਪੀ ਮਨੁੱਖ ਆ ਔਰ ਤੂੰ ਤਾਂ ਕੋਈ ਪਰਮੇਸ਼ਰ ਦਾ ਪੁੱਤਰ ਵਾਕਈ ਆ। ਠੀਕ ਆ। ਫਿਰ ਪ੍ਰਭੂ ਨੇ ਕੀ ਕਿਹਾ? ਡਰੋ ਨਾ ਪਤਰਸ, ਤੈਨੂੰ ਹੁਣ ਮੱਛੀਆਂ ਦਾ ਫੜਨ ਵਾਲਾ ਨਹੀਂ, ਮੈਂ ਮਨੁੱਸ਼ਾਂ ਨੂੰ ਫੜਨ ਵਾਲਾ ਬਣਾਵਾਂਗਾ। ਹਾਲੇਲੂਇਆ। ਉਹਨੂੰ ਇੱਕ ਸੇਵਾ ਦਿੱਤੀ ਪ੍ਰਭੂ ਨੇ। ਔਰ ਪਹਿਲੀ ਵਾਰ ਜਿਹੜਾ ਪ੍ਰਚਾਰ ਕੀਤਾ ਨਾ, ਉਹ ਪ੍ਰਭੂ ਪਤਰਸ ਨੇ ਕੀਤਾ ਪ੍ਰਭੂ ਯਿਸੂ ਦੇ ਨਾਮ 'ਚ। ਜਦੋਂ ਕੀਤਾ ਤੇ 3000 ਤੋਂ ਉੱਤੇ ਲੋਕਾਂ ਨੇ ਬਪਤਿਸਮਾ ਲੈ ਲਿਆ। ਇਹ ਪ੍ਰੇਰਿਤਾਂ ਦੇ ਕੰਮ 2 ਅਧਿਆਇ ਦੇ ਵਿੱਚ ਕਹਾਣੀ ਆ। ਹਾਲੇਲੂਇਆ। ਕਿਉਂਕਿ ਜਿਹੜਾ ਮਛੂਆ ਬਣਾਇਆ ਨਾ ਪ੍ਰਭੂ ਯਿਸੂ ਨੇ, ਉਹ ਪਤਰਸ ਨੂੰ ਬਣਾਇਆ। ਕਹਿੰਦਾ ਮੈਂ ਤੈਨੂੰ ਮਨੁੱਖ ਫੜਨ ਵਾਲਾ ਬਣਾਉਂਗਾ। ਉਸ ਤੋਂ ਬਾਅਦ ਪ੍ਰਚਾਰ ਚੱਲਿਆ, ਫਿਰ ਅੱਗੇ ਸੇਵਾ ਕਰੀ ਵੱਧਦੀ ਗਈ। ਸਮਝ ਆਈ? ਬਚਨ ਇੰਨਾ ਜ਼ਰੂਰੀ ਆ ਕਿ ਬਚਨ ਪਤਰਸ ਨੇ ਵੀ ਸੁਣਿਆ ਹੋਊਗਾ। ਉਹ ਕਿਸ ਤਰ੍ਹਾਂ ਗੱਲਾਂ ਫੜ ਕੇ ਨਹੀਂ ਖੜਾ ਸੀਗਾ, ਉਹਦੇ ਕੰਨਾਂ 'ਚ ਵੀ ਗਿਆ ਹੋਊਗਾ। ਇਸੇ ਕਰਕੇ ਉਹਨੇ ਕਿਹਾ ਪ੍ਰਭੂ ਜੀ ਮੈਨੂੰ ਪਤਾ ਮੱਛੀ ਇੱਥੇ ਹੈ ਨਹੀਂ, ਪਰ ਮੈਂ ਤੇਰੇ ਹੁਕਮ ਨੂੰ ਪੂਰਾ ਕਰ ਰਿਹਾ। ਮੈਂ ਤੇਰੀ ਗੱਲ ਨੂੰ ਪੂਰਾ ਕਰ ਰਿਹਾ, ਮੈਂ ਤੇਰੇ ਕਹਿਣੇ ਨੂੰ ਨਹੀਂ ਮੋੜ ਰਿਹਾ। ਨਹੀਂ ਤਾਂ ਆਰਾਮ ਨਾਲ ਕਹਿੰਦੇ ਪ੍ਰਭੂ ਜੀ ਤੁਹਾਨੂੰ ਕੀ ਪਤਾ ਹੈ, ਤੁਸੀਂ ਕਦੀ ਮੱਛੀ ਫੜੀ ਨਾ ਫੜਾਈ, ਰਹਿਣ ਤੋਂ ਹੈ ਨਹੀਂ। ਪਰ ਉਹ ਕਹਿੰਦਾ ਮੈਂ ਤੇਰੇ ਹੁਕਮ ਨੂੰ ਪੂਰਾ ਕਰ ਰਿਹਾ। ਠੀਕ ਹੈ। ਉਹਨੇ ਪਤਾ ਨਹੀਂ ਕਿਹੜੇ ਵਚਨ ਸੁਣੇ ਹੋਣੇ, ਵਿਸ਼ਵਾਸ ਦੇ ਵਚਨ ਸੁਣੇ ਹੋਣੇ। ਉਹਨੇ ਵਿਸ਼ਵਾਸ ਦੇ ਨਾਲ ਉਹ ਪਤਰਸ ਨੇ ਜਾਲ ਨੂੰ ਸੱਟਿਆ। ਉਹਨੇ ਵਿਸ਼ਵਾਸ ਤੋਂ ਬਿਨਾਂ ਨਹੀਂ ਸੱਟਿਆ ਹੋਊਗਾ।
ਉਹਨੇ ਕਿਹਾ ਮੈਂ ਤੇਰੇ ਹੁਕਮ ਨੂੰ ਪੂਰਾ ਕਰ ਰਿਹਾ। ਉਹਨੂੰ ਲੱਗਿਆ ਵੀ ਕੁਝ ਹੈ, ਔਰ ਜੋ ਲੱਗਿਆ ਉਹੀ ਹੋਇਆ। ਕਿਆ ਹੋਇਆ? ਬਹੁਤ ਸਾਰੀ ਮੱਛੀਆਂ। ਹਾਲੇਲੂਇਆ। ਪਿਛਲੀ ਵਾਰ ਆਪਾਂ ਇੱਕ ਵਚਨ ਦੇਖਿਆ ਸੀਗਾ, ਉਹ ਛੋਟਾ ਵਚਨ ਦੇਖ ਲੈਂਦੇ ਆ। ਦੂਸਰੇ ਰਾਜੇ ਦੇ ਵਿੱਚ ਕਿੰਨਵੀਂ ਆਇਤ ਸੀ ਉਹ? 4 ਦੇ ਆਏ। ਉਹਦਾ ਪਹਿਲਾ वचन फटाफट पढ़ दो जरा। भविष्यद्वक्ताओं के चेलों की पत्नियों में से हाँ जी। एक स्त्री ने एलीशा की दुहाई देकर कहा, हाँ, तेरा दास मेरा पति मर गया है, और तू जानता है कि वह यहोवा का भय मानने वाला था। हाँ, पर जिसका वह कर्जदार था वह आया है कि मेरे दोनों पुत्रों को अपने दास बनाने के लिए ले जाए। एलीशा ने उससे कहा, मैं तेरे लिए क्या करूं, मुझे बता। बस एक मिनट जी, ਇੱਥੇ ਮੈਂ ਥੋੜੀ ਕਹਾਣੀ ਦੱਸ ਦਿੰਦਾ ਹੈ ਕਿ ਇਹ ਨਬੀਆਂ ਦਾ ਇੱਕ ਝੁੰਡ ਸੀ। ਅਲੀਸ਼ਾ ਦੇ ਕੋਲ ਬਹੁਤ ਸਾਰੇ ਨਬੀ ਸੀਗੇ, ਵਿਸ਼ਤਕਤਾ ਸੀਗੇ। ਉਹਨਾਂ ਚੋਂ ਇੱਕ ਬੰਦਾ ਮੌਤ ਹੋ ਗਈ। ਉਹਦਾ ਪਰਿਵਾਰ ਸੀ। ਉਹਨੇ ਕਿਸੇ ਮਜਬੂਰੀ ਦੇ ਕਾਰਨ ਕਿਸੇ ਸੇਠ ਤੋਂ ਪੈਸੇ ਲੈ ਲਏ। ਹੁਣ ਪੈਸੇ ਤਾਂ ਉਹਨੇ ਥੋੜੇ ਦਿੱਤੇ ਹੋਣਗੇ, ਪਰ ਉਹ ਵੱਧ ਪਤਾ ਕਿੱਦਾਂ ਗਏ? ਹਾਂਜੀ, ਵਿਆਜ ਦੇ ਨਾਲ। ਪਹਿਲਾਂ ਵਿਆਜ ਬਹੁਤ ਲੱਗਦਾ ਸੀ, ਅੱਜ ਵੀ ਫਿਰ ਲੱਗਦਾ ਏ, ਪਰ ਉਸ ਸਮੇਂ ਹਿਸਾਬ ਕਿਤਾਬ ਨਹੀਂ ਹੁੰਦਾ ਵਿਆਜ। ਅੱਜ ਕੱਲ੍ਹ ਤਾਂ ਆਪਾਂ ਲਿਖ ਸਕਦੇ, ਦੇਖ ਸਕਦੇ ਆ, ਪਰ ਉਸ ਸਮੇਂ ਜੋ ਸੇਠ ਨੇ ਲਿਖ ਦਿੱਤਾ ਨਾ, ਬਸ ਉਹੀ ਹੋਣਾ। ਉਹ ਲਾ ਕੇ ਵਿਆਜ, ਲਾ ਕੇ ਵਿਆਜ ਉਹਨੇ ਕਰਜ਼ਾ ਵਧਾ ਦਿੱਤਾ। ਜਦੋਂ ਵਧਾਤਾ ਤੇ ਹੁਣ ਉਹਨੂੰ ਪਤਾ ਵੀ ਉਹ ਬੰਦਾ ਤਾਂ ਮਰ ਗਿਆ। ਹੁਣ ਉਹਦੀ ਪਤਨੀ ਤਾਂ ਦੇ ਨਹੀਂ ਸਕਦੀ। ਉਹ ਕੀ ਆਇਆ, ਉਹਦੇ 2 ਮੁੰਡੇ ਸੀ। ਉਹਨੇ ਦੋਨੋਂ ਮੁੰਡਿਆਂ ਨੂੰ, ਬੇਟਿਆਂ ਨੂੰ, ਉਹ ਆਪਣਾ ਦਾਸ ਬਣਾਉਣ ਵਾਸਤੇ ਲੈ ਕੇ ਚੱਲਿਆ। ਵੀ ਜਦ ਤੱਕ ਮੇਰੇ ਪੈਸੇ ਨਹੀਂ ਨਾ ਉਤਰਦੇ, ਉਦ ਤੱਕ ਇਹ ਮੇਰੇ ਇੱਥੇ ਮਜ਼ਦੂਰੀ ਕਰਨਗੇ, ਕੰਮ ਕਰਨਗੇ। ਠੀਕ ਆ। ਤੇ ਇੰਨੇ ਦੇ ਵਿੱਚ ਉਹਦੀ ਪਤਨੀ ਅਲੀਸ਼ਾ ਪਰਮੇਸ਼ਰ ਦੇ ਦਾਸ ਦੇ ਕੋਲ ਗਈ। ਕਹਿੰਦੀ ਵੀ ਤੁਹਾਡਾ ਦਾਸ ਸੀ, ਉਹ ਤੁਹਾਡਾ ਚੇਲਾ ਸੀਗਾ, ਪਰ ਉਹ ਮਰ ਗਿਆ। ਪਰ ਇੱਕ ਖਾਸ ਗੱਲ ਕੀ ਕਹਿ ਰਹੀ ਹੈ, ਤੁਸੀਂ ਜਾਣਦੇ ਆਪਣਾ ਪਰਮੇਸ਼ਰ ਦਾਸ, ਤੂੰ ਜਾਣਦਾ ਏ। ਕੀ ਜਾਣਦਾ ਏ? ਉਹ ਗੱਲ ਮੈਂ ਤੁਹਾਨੂੰ ਸਿਰੋਂ ਦੱਸ। ਕੀ ਜਾਣਦਾ ਏ? ਕੀ ਜਾਣਦਾ ਹੈ? ਥੋੜਾ ਜਿਹਾ ਹੋਰ ਅੱਗੇ ਆਓ। ਹਾਂ, ਉਹ ਪਰਮੇਸ਼ਰ ਦਾ ਡਰ ਮੰਨਣ ਵਾਲਾ ਸੀ। ਖਾਸ ਗੱਲ, ਉਹ ਇਸਤਰੀ ਨੂੰ ਖਾਸ ਗੱਲ ਦੱਸ ਰਹੀ ਆ ਕਿ ਤੁਸੀਂ ਜਾਣਦੇ ਹੋ ਪਰਮੇਸ਼ਰ ਦੇ ਦਾਸ ਕਿ ਉਹ ਪਰਮੇਸ਼ਰ ਦਾ ਡਰ ਮੰਨਣ ਵਾਲਾ ਸੀ। ਪਰਮੇਸ਼ਰ ਦਾ ਡਰ ਮੰਨਣ ਵਾਲਾ। ਜਿੰਨੇ ਲੋਕ ਪਰਮੇਸ਼ਰ ਦਾ ਡਰ ਮੰਨਦੇ ਨਾ, ਉਹਨਾਂ ਨੂੰ ਕਿਸੇ ਹੋਰ ਦਾ ਡਰ ਮੰਨਣ ਦੀ ਲੋੜ ਨਹੀਂ ਪੈਣੀ। ਹਾਲੇਲੂਇਆ। ਜਿਹੜੇ ਲੋਕ ਪ੍ਰਭੂ ਦਾ ਡਰ ਮੰਨਦੇ, ਸਮਝ ਆਈ? ਪ੍ਰਭੂ ਦਾ ਡਰ। ਕਹਿੰਦੇ ਤੂੰ ਜਾਣਦਾ ਕਿ ਉਹ ਪ੍ਰਭੂ ਦਾ ਡਰ ਮੰਨਦਾ ਸੀ, ਤੇ ਉਹ ਕਰਜ਼ਦਾਰ ਸੀ। ਏਦਾਂ ਦਾ ਸੇਠ ਆ ਗਏ ਤੇ ਮੇਰੇ ਪੁੱਤਰਾਂ ਨੂੰ ਗੁਲਾਮ ਬਣਾ ਕੇ ਲੈ ਕੇ ਜਾਣ ਵਾਲਾ ਹੈ। ਹਾਲੇਲੂਇਆ। ਲੈ ਕੇ ਜਾਣ ਵਾਲਾ ਹੈ। ਠੀਕ ਹੈ ਜੀ। ਜਦੋਂ ਲੈ ਕੇ ਜਾਣ ਵਾਲਾ ਹੈ ਤੇ ਹੁਣ ਕੀ ਕਰਦਾ ਹੈ? ਹੁਣ ਉਹ ਅੱਗੇ ਕੀ ਪੁੱਛਦਾ ਹੈ? ਮੈਂ ਤੇਰੇ ਵਾਸਤੇ ਕਿਆ ਕਰਾਂ, ਬੋਲ। ਤੇ ਤੇਰੇ ਕੋਲ ਕਿਆ ਹੈ? ਏਦਾਂ ਦੀ ਕਿਹੜੀ ਚੀਜ਼ ਹੈ ਤੇਰੇ ਕੋਲ? ਹੁਣ ਕਈ ਵਾਰ ਪ੍ਰਭੂ ਵੀ ਸਾਨੂੰ ਪੁੱਛਦਾ, ਤੁਹਾਡੇ ਕੋਲ ਕਿਆ ਹੈ ਜਿਹਨੂੰ ਮੈਂ ਵਧਾਵਾਂ? ਕਿਆ ਹੈ ਜਿਹੜਾ ਤੁਹਾਡੇ ਕੋਲ ਮੈਂ ਵਧਾਵਾਂ? ਪੁੱਛਦਾ ਪ੍ਰਭੂ। ਹੁਣ ਜਦੋਂ ਉਹਨੂੰ ਪੁੱਛਿਆ ਕਿ ਤੇਰੇ ਕੋਲ ਕਿਆ ਹੈ, ਤੇ ਉਹ ਕੀ ਕਹਿ ਰਹੀ ਹੈ ਅੱਗੇ ਤੋਂ? उसने कहा, तेरी दासी के घर में 1 हांडी तेल को छोड़ और कुछ नहीं है। हाँ, 1 हांडी तेल दी, 1 हांडी तेल दी। ठीक है। प्रभु पुछदा ਤੁਹਾਡੇ ਕੋਲ ਕਿਆ ਹੈ ਜਿਹਨੂੰ ਮੈਂ ਵਧਾਵਾਂ? ਹੁਣ ਕਈ ਵਾਰੀ ਬਹੁਤ ਸਾਰੀ ਗੱਲਾਂ ਹੁੰਦੀਆਂ ਨੇ ਆਪ ਦੇ ਵਿੱਚ, ਪੈਸੇ ਦੇ ਬਾਰੇ, ਕਿਸੇ ਗੱਲ ਦੇ ਬਾਰੇ,
ਤੇ ਪੁੱਛਦੇ ਆ। ਇसी प्रकार प्रभु ਪੁੱਛਦਾ ਤੁਹਾਡੇ ਕੋਲ ਕਿਆ ਹੈ ਜਿਹਨੂੰ ਮੈਂ ਵਧਾਵਾਂ। ਤੇ ਜੇ ਆਪਾਂ ਕਿ ਸਾਡੇ ਕੋਲ ਵਿਸ਼ਵਾਸ ਹੈ ਉਹਦਾ ਤੁਹਾਨੂੰ ਵਧਾ ਲਓ। ਹਾਲੇਲੂਇਆ। ਕਿ ਵਚਨ ਚ ਲਿਖਿਆ ਨਿਸ਼ਾਨ ਦੇ ਇੱਕ ਆਦੇ ਝੋਕੇ ਖੁੱਲ ਜਾਣਗੇ। ਨਾਸ਼ ਕਰਨ ਵਾਲਾ ਮੈਂ ਝਟਕਾਂਗਾ। ਤੁਹਾਡੀ ਉਪਜ ਕਦੀ ਬਰਬਾਦ ਨਹੀਂ ਹੋਏਗੀ, ਤੁਹਾਡਾ ਪੈਸਾ ਬਰਬਾਦ ਨਹੀਂ ਹੋਏਗਾ। ਇਹ ਸਾਰੇ ਵਾਅਦੇ ਨੇ। ਮਲਾਕੀ 3 ਦੇ ਆਏ ਉਹਨਾਂ 6 ਤੋਂ ਲੈ ਕੇ 11 ਤੱਕ ਲਿਖ ਲਿਓ, ਬਾਅਦ ਚੋਂ ਚੰਗੀ ਤਰ੍ਹਾਂ ਪੜ੍ਹਿਓ। ਉੱਥੇ ਲਿਖਿਆ ਹੈ 7 ਪ੍ਰਕਾਰ ਦੀ ਆਸ਼ੀਸ਼। ਵਿਸ਼ਵਾਸ ਇੱਕ ਆ, ਆਸ਼ੀਸ਼ਾਂ 7 ਪ੍ਰਕਾਰ ਦੀਆਂ ਨੇ, ਇੱਕ ਕਾਰੇ ਕਰਨਾ। ਤੇ ਇੱਥੇ ਅਲੀਸ਼ਾ ਨੇ ਕੀ ਕਿਹਾ, ਤੇਰੇ ਕੋਲ ਕਿਆ ਹੈ? ਉਹ ਕਹਿੰਦੀ ਇੱਕ ਹਾਂਡੀ ਤੇਲ ਦੀ ਆ ਬਸ। ਤੇ ਹੁਣ ਉਹ ਕੀ ਕਹਿ ਰਿਹਾ? उसने कहा तू बाहर जाकर अपनी सब पड़ोसियों ਆਪਣੀ ਸਾਰੀ ਪੜੋਸਣਾ ਕੋਲੋਂ से खाली बर्तन मांग ले ਖਾਲੀ ਬਰਤਨ ਮੰਗ ਲਈ। और थोड़े बर्तन ना लाना। ਹਾਂ फिर तू अपने बेटों समेत अपने घर में जा और द्वार बंद करके हाँ। उन सब बर्तनों में तेल उंडेल देना। ਹੁਣ ਮੈਂ ਤੁਹਾਨੂੰ ਦੱਸਦਾ ਗੱਲ। ਇਹ ਗੱਲ ਕਿੱਦਾਂ ਹੋਈ? ਜਦੋਂ ਕਿਹਾ ਖਾਲੀ ਬਰਤਨ ਮੰਗ ਲਈ ਤੇ ਜਦੋਂ ਤੁਰਨ ਲੱਗੀ ਨਾ, ਉਹਨੇ ਕਿਹਾ 1 ਮਿੰਟ ਸੁਣ ਜਾਣਾ, ਥੋੜੇ ਬਰਤਨ ਨਾਲ। ਬਰਤਨ ਘੱਟ ਨਹੀਂ ਹੋਣੇ ਚਾਹੀਦੇ, ਵੱਧ ਤੋਂ ਵੱਧ ਹੋਣੇ ਚਾਹੀਦੇ ਆ। ਤੇ ਜਦੋਂ ਉਹਨੇ ਗੱਲ ਕਹੀ ਤਾਂ ਉਹ ਵੱਧ ਤੋਂ ਵੱਧ ਲਈ ਬਰਤਨ ਜਦ ਲਿਆਈ ਤਾਂ ਹੁਣ ਉਹ ਬਰਤਨ ਰੱਖ ਲਿਆ ਤੇ ਉਹਨੇ ਤੇਲ ਸਿੱਟਣਾ ਸ਼ੁਰੂ ਕਰ ਦਿੱਤਾ। ਉਹਦੀ ਤੇਲ ਦੀ ਧਾਰ ਸੀ ਨਾ, ਵੱਧ ਗਈ ਸਪੀਡ ਉਹਦੀ। ਜਦੋਂ ਵਧੀ ਤੇ ਉਹ ਬਰਤਨ ਭਰ ਗਿਆ। ਉਹਦੇ ਬੇਟੇ ਨੇ ਫਟਾਫਟ ਚੱਕਿਆ, ਦੂਆ ਲਾਤਾ, ਤੀਆ ਲਾਤਾ, ਚੌਥਾ ਲਾਤਾ। ਤੇ ਹੁਣ ਕੀ ਹੋਇਆ ਅੱਗੇ? ਹਾਂਜੀ। और बर्तन तो नहीं रहा। ना। तब वह उसके पास से चली गई। बर्तन लाते गए। थोड़े बर्तन ना लाना। फिर हाँ चल बोल पढ़ जा। फिर तू अपने बेटों समेत अपने घर में जा। हाँ। और द्वार बंद करके उस सब बर्तनों में तेल उंडेल देना। हाँ। और जो भर जाए उन्हें अलग रखना। हाँ। तब वह उसके पास से चली गई और अपने बेटों समेत अपने घर जाकर द्वार बंद किया। हाँ। तब वह तो उसके पास बर्तन लाते गए और वह उंडेलती गई। हाँ बर्तन जाते गए ते ओ भरदे गए ते चकदी अगे तो चकदे गए है ना। ताकि होया जब बर्तन भर गए तब उसने अपने बेटों से कहा मेरे पास एक और भी ले आ। वाह, एक बर्तन होर लिया फटाफट। हुण जिहड़ा रेलण दी गल है ना, कई बार समझ नहीं आई सी उस गल दे विच, ਤਾਂ ਮੈਂ ਤੁਹਾਨੂੰ ਕਲੀਅਰ ਕਰਕੇ ਦੱਸਣ ਲੱਗਿਆ ਵੀ ਐਦਾਂ ਇੱਕ ਟੂਟੀ ਦੇ ਨਲਕੇ ਦੀ ਤਰ੍ਹਾਂ ਚੱਲਿਆ ਤੇਲ। ਤਾਂ ਹੀ ਉਹਨੇ ਕਿਹਾ ਵੀ ਇੱਕ ਹੋਰ ਲਿਆ ਫਟਾਫਟ, ਕਿਉਂਕਿ ਉਹ ਹਾਂਡੀ ਨੂੰ ਫੜ ਕੇ ਖੜੀ ਸੀ। ਸਮਝ ਆਈ? ਇੱਕ ਚਮਤਕਾਰ ਸੀ, ਪਰ ਉਹਨੇ ਇਸ ਗੱਲ ਤੇ ਵਿਸ਼ਵਾਸ ਕੀਤਾ। ਨਹੀਂ ਤਾਂ ਇਹ ਗੱਲ ਤਾਂ ਮੂਰਖਤਾ ਜੀ ਲੱਗਦੀ ਆ ਵੀ ਇੱਕ ਹਾਂਡੀ ਤੇਲ ਆ, ਥੋੜਾ ਤੇਲ ਆ, ਐਡੇ ਬਰਤਨ ਮੈਂ ਕਿਆ ਕਰਨੇ ਲਿਆ ਕੇ। पर उन्हें गल मनी, उन्हें आज्ञा मनी, उन्हें इस गल से विश्वास किया कि जो परमेश्वर दास ने कहा ऐदा होएगा। कोई बर्तन बिना भरे नहीं रह जाएगा, सारे भरनगे। ते जे एक होर हुंदा वो भी भर जाना। वो कहनी फटाफट एक होर लियाओ। वो कहना हुण बर्तन ਹੁਣ ਬਰਤਨ ਨਹੀਂ ਹੈਗਾ, ਪਰ ਬਰਕਤ ਜਿਹੜੀ ਹੈਗੀ ਆ, ਆਸ਼ੀਸ਼ ਚੱਲ ਰਹੀ ਆ, ਪਰ ਹੁਣ ਪਾਉਣ ਵਾਸਤੇ ਨਹੀਂ ਜਗ੍ਹਾ ਹੈ। ਏਦਾਂ ਦਾ ਪਰਮੇਸ਼ਰ ਆ। ਫਿਰ ਉਹਨੇ ਇਹ ਨਹੀਂ ਕਿਹਾ ਵੀ ਚਲੋ ਠੀਕ ਹੈ ਸਭ ਕੁਝ ਮਿਲ ਗਿਆ ਉਸ ਤੋਂ ਬਾਅਦ ਖੇਲੋ ਬੰਨੋ। ਨਹੀਂ, ਉਹ ਪਰਮੇਸ਼ਰ ਦਾਸ ਕੋਲ ਵਾਪਸ ਗਈ। ਜਦੋਂ ਵਾਪਸ ਗਈ ਤਾਂ ਦੱਸਿਆ ਜਾ ਕੇ ਹਾਲ, ਜਦੋਂ ਹਾਲ ਦੱਸਿਆ ਸਾਰਾ ਤੇ ਉਸ ਤੋਂ ਬਾਅਦ ਉਹਨੇ ਕੀ ਕਿਹਾ? जा तेल बेचकर क्षण भर जब तेल बेच दे ते जिन्ना कर्जा भर दे और जो रह जाए हाँ उससे तो अपने पुत्रों सहित अपना निर्वाह करना। हाँ अपना जीवन निर्वाह कर। प्रभु सानू समझ दे, सारी गल ते आश्रित है। आइए अपने अखर बंद करेंगे, प्रार्थना करेंगे। प्यारे पिता परमेश्वर तेरा शुक्र तेरा धन्यवाद करते हैं तुहाडे सामर्थी वचन वास्ते जो तुसीं चाहुंदे हो प्रभु जी कि लोकां दे अंदर तुहाडा वचन होवे प्रभु और तुहाडी सामर्थ होवे, क्योंकि तुहाडे वचन च सामर्थ है प्रभु। और तुहाडे वचन च लिखिया है
ਕਿ ਮੈਂ ਤਾਂ ਉਸ ਮਨੁੱਖ ਵੱਲ ਦੇਖਾਂਗਾ ਜਿਹੜਾ ਮੇਰਾ ਵਚਨ ਸੁਣ ਕੇ ਥਰਥਰਾਉਂਦਾ ਹੈ। ਤੁਸੀਂ ਯਸ਼ਾਇਆ ਦੀ ਕਿਤਾਬ ਵਿੱਚ 66 ਅਧਿਆਏ ਉਹਦੀ ਦੂਸਰੀ ਐਚ ਗੱਲ ਕਹੀ ਆ ਕਿ ਮੈਂ ਉਸ ਬੰਦੇ ਵੱਲ ਦੇਖਾਂਗਾ ਜਿਹੜਾ ਮੇਰਾ ਵਚਨ ਸੁਣ ਕੇ ਥਰਥਰਾਉਂਦਾ ਹੈ, ਮੇਰਾ ਵਚਨ ਸੁਣ ਕੇ ਮੰਨਣ ਦੀ ਕੋਸ਼ਿਸ਼ ਕਰਦਾ ਹੈ ਔਰ ਉਸ ਨੂੰ ਮੰਨਦਾ ਹੈ। ਪਿਤਾ ਪਰਮੇਸ਼ਰ ਤੇਰਾ ਧੰਨਵਾਦ, ਤੇਰਾ ਸ਼ੁਕਰ ਕਰਦੇ ਆ ਇਹ ਸਾਮਰਥੀ ਵਚਨ ਵਾਸਤੇ ਪ੍ਰਭੂ। ਜਿन्हें लोग वचन सुन प्रभु उन्हें सब ते थोड़ी आशीष बरकत हो, और जिन्होंने सुनिया उन्होंने ते थोड़ी आशीष बरकत हो। तेरा शुक्र करते बेनती प्रार्थना प्रभु यीशु मसीह का नाम लेके मंग रहे हैं, आमीन, हालेलुया।